ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਪਰਤਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਣੰ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ਼੍ਰੀ ਰਾਮਦਾਸ ਤਾਰਨ ਤਰਣੰ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿੰਨਾਂ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਗਿਆਨੀ ਰਣਜੀਤ ਸਿੰਘ ਹੁਣਾਂ ਪਾਸੋਂ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕੀਤਾ ਹੈ। ਆਓ ਇਸ ਅਗੰਮੀ ਫੁਰਮਾਨ ਦੀ ਜੋ ਕਥਾ ਵਿਚਾਰ ਹੈ ਉਸ ਨੂੰ ਭੱਟ ਸਾਹਿਬ ਇੱਥੇ ਬਚਨ ਕਰਦੇ ਨੇ। ਅਨਭਉ ਤੋਂ ਭਾਵ ਹੈ ਜੋ ਭੈ ਤੋਂ ਬਿਨਾ ਹੈ, ਜਿਸ ਨੂੰ ਕਿਸੇ ਦਾ ਡਰ ਨਹੀਂ ਹੈ, ਖੌਫ ਨਹੀਂ ਹੈ, ਜੋ ਅਕਾਲ ਪੁਰਖ ਹੈ। ਉਨਮਾਨ ਦਾ ਮਤਲਬ ਹੁੰਦਾ ਹੈ ਧਿਆਨ ਲਾਉਣਾ, ਵਿਚਾਰ ਕਰਨੀ। ਅੱਗੇ ਅਕਲ ਲਫ਼ਜ਼ ਹੈ, ਉਹ ਜਿਹੜਾ ਪਰਮਾਤਮਾ ਹੈ ਉਹ ਨਿਰਗੁਣ ਤੌਰ 'ਤੇ ਕਲਾ ਤੋਂ ਰਹਿਤ ਹੈ, ਜਿਹਦੇ ਬਾਰੇ ਬਾਣੀ ਕਹਿੰਦੀ ਹੈ ਅਕਲ ਕਲਾ ਸੱਚ ਸਾਚ ਟਿਕਾਵੈ ਸੋ ਨਰ ਗਰਭ ਜੋਨ ਨਹੀਂ ਆਵੈ। ਪਰਮਾਤਮਾ ਨੂੰ ਜਗ੍ਹਾ ਜਗ੍ਹਾ ਕਲਪਨਾ ਤੋਂ ਰਹਿਤ ਕਿਹਾ ਹੈ, ਜੋ ਕਲਪਨਾ 'ਚ ਨਹੀਂ ਆਉਂਦਾ, ਪਕੜ 'ਚ ਨਹੀਂ ਆਉਂਦਾ, ਵਾਕਸ਼ਾਲ 'ਚ ਨਹੀਂ ਆਉਂਦਾ, ਜਿਹਦੇ ਗੁਣਾਂ ਦਾ ਅੰਤ ਅਲਫਾਜ਼ ਨਹੀਂ ਪਾ ਸਕਦੇ। ਭਾਵ ਆਪਾਂ ਇਹ ਲੈਂਦੇ ਹਾਂ ਜਿਹੜਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਉਨਮਾਨ ਤੋਂ ਭਾਵ ਹੈ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦਾ ਹੈ। ਗੁਰੂ ਰਾਮਦਾਸ ਪਾਸੋਂ ਸ਼ਬਦ ਲੈ ਕੇ ਉਪਦੇਸ਼ ਲੈ ਕੇ ਉਹਦੇ ਵਿੱਚ ਲਿਵ ਦਾ ਭਾਵ ਹੈ ਸੰਸਾਰ ਵੱਲੋਂ ਧਿਆਨ ਨੂੰ ਤੋੜ ਕੇ ਇੱਕ ਰਸ ਬਿਰਤੀ ਨੂੰ ਅਕਾਲ ਪੁਰਖ ਦੇ ਵਿੱਚ ਤਦਾਕਾਰ ਕਰਨਾ। ਜਿਵੇਂ ਕੋਈ ਤੇਲ ਦੀ ਧਾਰ ਇੱਕ ਰਸ ਡਿੱਗਦੀ ਹੈ ਨਾ, ਪਾਣੀ ਦੀ ਧਾਰ ਇੱਕ ਰਸ ਪੈਂਦੀ ਹੈ, ਇਉਂ ਸਦੀਵੀ ਅਕਾਲ ਪੁਰਖ ਦੇ ਵਿੱਚ ਧਿਆਨ ਜੋੜ ਕੇ ਰੱਖਣਾ। ਸੰਸਾਰ ਵੱਲੋਂ ਉਪਰਾਮ ਹੋ ਕੇ ਅਕਾਲ ਪੁਰਖ ਵਿੱਚ ਧਿਆਨ ਨੂੰ ਜੋੜਨਾ। ਬਾਣੀ 'ਚ ਆਉਂਦਾ ਹੈ ਘਟ ਘਟ ਰਮਈਆ ਰਮਤ ਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ। ਗੁਰੂ ਦੇ ਸ਼ਬਦ ਰਾਹੀਂ ਜੋ ਸਾਰਿਆਂ 'ਚ ਰਮਿਆ ਰਾਮ ਹੈ, ਪਰਮੇਸ਼ਵਰ ਹੈ, ਉਹਦੇ ਵਿੱਚ ਲਿਵ ਲਾਉਣੀ ਕਰੋ। ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ। ਜਿਹੜਾ ਵੀ ਅਕਾਲ ਪੁਰਖ ਵਿੱਚ ਲਿਵ ਲਾਵੇਗਾ, ਗੁਰਾਂ ਤੋਂ ਉਪਦੇਸ਼ ਲੈ ਕੇ ਉਹ ਮਹਾਂਪੁਰਸ਼ ਹੋ ਨਿਬੜਦਾ ਹੈ, ਉੱਤਮ ਪਦਵੀ ਮਨੁੱਖਤਾ 'ਚੋਂ ਉਹ ਪਾ ਲੈਂਦਾ ਹੈ। ਗੁਰੂ ਸਾਹਿਬ ਗੁਰੂ ਅਮਰਦਾਸ ਨੂੰ ਪਾਰਸ ਵੀ ਕਿਹਾ ਹੈ ਭੱਟ ਸਾਹਿਬਾਨਾਂ ਨੇ
ਕਹਿੰਦੇ ਗੁਰੂ ਰਾਮਦਾਸ ਦਾ ਜੋ ਰੁਤਬਾ ਹੈ, ਜੋ ਭਾਈ ਜੇਠੇ ਤੋਂ ਉਹ ਗੁਰੂ ਰਾਮਦਾਸ ਹੋ ਨਿਬੜੇ, ਉਹ ਪਾਰਸ ਸਰੂਪ ਗੁਰੂ ਅਮਰਦਾਸ ਦੀ ਸੰਗਤ ਜਾਇਆ ਇਹ ਅਜ਼ਮਤ ਹਾਸਲ ਹੋਈ ਹੈ। ਹੁਣ ਪਾਰਸ ਇੱਕ ਅਮੋਲਕ ਪੱਥਰ ਸਮਝਿਆ ਜਾਂਦਾ ਹੈ, ਜੋ ਨੀਵੀਆਂ ਧਾਤਾਂ ਨੂੰ, ਲੋਹੇ ਨੂੰ, ਤਾਂਬੇ ਨੂੰ ਕਹਿੰਦੇ ਸਪਰਸ਼ ਕਰੇ ਤੇ ਸੋਨਾ ਬਣਾ ਦਿੰਦਾ ਹੈ। ਵੈਸਟਰਨ ਕੰਟਰੀਜ਼ ਜਿਹੜੀਆਂ ਨੇ ਉਹ ਇਹਨੂੰ ਫਿਲੋਸਫਰਜ਼ ਸਟੋਨ ਕਹਿੰਦੀਆਂ ਨੇ। ਇਹਦਾ ਬਾਈਬਲ ਵਿੱਚ ਵੀ ਜ਼ਿਕਰ ਆਉਂਦਾ ਹੈ। ਸੋ ਮਹਾਰਾਜ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਪਾਰਸ ਨਾਲੋਂ ਵੀ ਵੱਧ ਕੇ ਹੈ। ਪਾਰਸ ਦੀ ਤਾਕਤ ਇਹ ਹੈ ਵੀ ਨੀਵੀਆਂ ਧਾਤਾਂ ਨੂੰ ਸੋਨਾ ਕਰ ਸਕਦਾ ਹੈ, ਪਰ ਆਪਣੇ ਵਰਗਾ ਨਹੀਂ ਕਰ ਸਕਦਾ। ਬਾਣੀ ਕਹਿੰਦੀ ਹੈ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ। ਗੁਰੂ ਐਸੀ ਮੂਰਤ ਹੈ, ਸਤਿ ਸਰੂਪ ਅਕਾਲ ਪੁਰਖ, ਜਿਨ੍ਹਾਂ ਦਾ ਗੁਰੂ ਸਰੂਪ ਹੈ। ਜਿਹੜੇ ਵੀ ਗੁਰੂ ਨੂੰ ਪਰਸ ਲੈਂਦੇ ਨੇ, ਮਿਲਾਪ ਧਾਰਦੇ ਨੇ ਗੁਰੂ ਨਾਲ, ਗੁਰੂ ਪਾਤਸ਼ਾਹ ਉਹਨਾਂ ਨੂੰ ਆਪਣੇ ਵਰਗਾ ਹੀ ਕਰ ਦਿੰਦੇ ਨੇ। ਇਸ ਕਰਕੇ ਗੁਰੂ ਪਾਰਸ ਤੋਂ ਪਰਾ ਹੈ, ਭਾਵ ਅੱਗੇ ਹੈ। ਸੋ ਗੁਰੂ ਅਮਰਦਾਸ ਐਸੇ ਪਾਰਸ ਨੇ ਜਿਨ੍ਹਾਂ ਨਾਲ ਸਪਰਸ਼ ਕਰਕੇ ਬਾਬਾ ਜੇਠਾ ਜੀ, ਜਿਨ੍ਹਾਂ ਦੇ ਹੁਕਮ ਨੂੰ ਮੰਨ ਕੇ ਗੁਰੂ ਅਮਰਦਾਸ ਦਾ ਹੀ ਰੂਪ ਗੁਰੂ ਰਾਮਦਾਸ ਹੋਏ, ਗੁਰੂ ਨਾਨਕ ਦੇ ਤਖਤ ਦਾ ਚੌਥਾ ਵਾਰਸ ਹੋ ਨਿਬੜੇ। ਜਾਂ ਇਉਂ ਸਮਝ ਲਓ, ਜਿਹੜਾ ਗੁਰੂ ਰਾਮਦਾਸ ਨੂੰ ਪਰਸਦਾ ਹੈ ਉਹ ਗੁਰਾਂ ਵਿੱਚ ਅਭੇਦ ਹੋ ਜਾਂਦਾ ਹੈ, ਇਕਮਿਕ ਹੋ ਜਾਂਦਾ ਹੈ। ਗੁਰ ਪਾਰਸ ਹਮ ਲੋਹੋ ਮਿਲ ਕੰਚਨ ਹੋਇਆ, ਰਾਮ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ। ਰਾਮ ਅਸੀਂ ਵਿਕਾਰਾਂ ਨਾਲ ਭਰੇ ਨੀਚ ਧਾਤ ਵਰਗੇ ਹਾਂ, ਲੋਹੇ ਵਰਗੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸਾਡੇ ਵਿੱਚ ਮੈਲ ਹੈ। ਜਿਵੇਂ ਪਾਰਸ ਲੋਹੇ ਨੂੰ ਸੋਹਣਾ ਕਰਦਾ ਹੈ, ਇੱਦਾਂ ਸਾਡੇ ਵਿਕਾਰ ਕੱਢ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਿਟਾ ਕੇ ਗੁਰੂ ਸਾਨੂੰ ਸਤਿਪੁਰਸ਼ ਦੀ ਉਪਾਧੀ ਬਖਸ਼ ਦਿੰਦੇ ਨੇ, ਕੰਚਨ ਵਰਗਾ ਕਰ ਦਿੰਦੇ ਨੇ। ਮਹਾਰਾਜ ਪਾਤਸ਼ਾਹ ਦੀ ਐਸੀ ਅਜ਼ਮਤ ਹੈ। ਫਿਰ ਕਹਿੰਦੇ ਇਸ ਕਾਇਆ ਦੀ ਬੜੀ ਸ਼ੋਭਾ ਹੈ। ਜਿਵੇਂ ਲੋਹਾ ਸੋਨਾ ਬਣਿਆ ਤੇ ਉਹਦੀ ਸ਼ੋਭਾ ਵੱਧ ਗਈ, ਮੁੱਲ ਵੱਧ ਗਿਆ। ਜਿਹੜਾ ਗੁਰੂ ਕੀ ਸੰਗਤ ਆਇਆ, ਗੁਰਮੁਖ ਹੋ ਨਿਬੜਿਆ, ਦੁਨੀਆ ਵਿੱਚ ਉਹਦੀ ਸ਼ੋਭਾ ਵੱਧ ਗਈ। ਮਹਾਰਾਜ ਕਹਿੰਦੇ ਹੈ, ਇਹ ਗੁਰੂ ਅਮਰਦਾਸ ਗੁਰੂ ਰਾਮਦਾਸ ਨੂੰ ਸਹਿਜਤਾ ਨਾਲ ਪ੍ਰਾਪਤ ਹੋਏ ਨੇ। ਸੁਤੇ ਸਿੱਧ ਨਿਰਯਤਨ। ਅਚਾਨਕ ਸੰਗਤ ਚੱਲੀ ਸੀ ਬਾਸਰਕੇ ਤੋਂ ਗੋਇੰਦਵਾਲ, ਨਾਨੀ ਬਾਬਾ ਜੇਠਾ ਜੀ ਨੂੰ ਲੈ ਕੇ ਵੀ ਨਾਲ ਹੀ ਚੱਲ ਪਈ। ਇਉਂ ਸੁਤੇ ਸਿੱਧ ਅਚਾਨਕ ਸੁਭਾਵਿਕ ਗੁਰੂ ਪ੍ਰਾਪਤ ਹੋਇਆ। ਜਿਵੇਂ ਬਾਣੀ ਚਾਹੁੰਦਾ ਨਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆਂ। ਸਹਿਜਤਾ ਨਾਲ ਗੁਰੂ ਪ੍ਰਾਪਤ ਹੋ ਗਿਆ। ਜਦੋਂ ਬਾਬਾ ਜੇਠਾ ਜੀ ਨੂੰ ਗੁਰੂ ਪ੍ਰਾਪਤ ਹੋਏ, ਗੁਰੂ ਨੇ ਫਿਰ ਗਿਆਨ ਬਖਸ਼ਿਆ। ਸਹਿਜ ਦਾ ਮਤਲਬ ਗਿਆਨ ਵੀ ਹੈ। ਬਾਣੀ ਵਿੱਚ ਆਉਂਦਾ ਹੈ, ਗੁਰਬਿਨ ਸਹਿਜ ਨਾ ਊਪਜੈ ਭਾਈ, ਪੁੱਛੋ ਗਿਆਨੀਆਂ ਜਾਏ। ਸਤਿਗੁਰੂ ਕੀ ਸੇਵਾ ਸਦਾ ਕਰ ਭਾਈ, ਵਿੱਚ ਹੋ ਆਪ ਗਵਾਏ। ਗੁਰੂ ਦੇ ਦਰ ਤੇ ਜਾ ਕੇ ਸਹਿਜ ਮਿਲਿਆ, ਗਿਆਨ ਮਿਲਿਆ। ਤੇ ਗਿਆਨ ਕੀ ਸੀ? ਬ੍ਰਹਮ ਦੀ ਵਿਚਾਰ। ਇਹ ਸਹਿਜ ਦੇ ਹੀ ਸਾਰੇ ਅਰਥ ਨੇ, ਧਿਆਨ ਦਿਓ। ਸਹਿਜ ਨੂੰ ਬ੍ਰਹਮ ਵੀ ਕਹਿੰਦੇ ਨੇ। ਸਹਿਜ ਸਾਲਾਹੀ ਸਦਾ ਸਦਾ ਸਹਿਜ ਸਮਾਦ ਲਗਾਏ, ਸਹਿਜੇ ਹੀ ਗੁਣ ਉਚਰੈ ਭਗਤ ਕਰੈ ਲਿਵ ਲਾਏ। ਗੁਰਾਂ ਨੇ ਉਪਦੇਸ਼ ਦਿੱਤਾ, ਭਾਈ ਅਕਾਲ ਪੁਰਖ ਦੇ ਬ੍ਰਹਮ ਦੇ ਸਹਿਜ ਦੇ ਗੁਣ ਗਾਓ। ਗਾਉਣੇ ਕਿਵੇਂ ਨੇ? ਅਗਲਾ ਸਹਿਜ ਦਾ ਅਰਥ ਹੈ ਸਹਿਜਤਾ ਦੇ ਨਾਲ, ਧੀਰਜ ਦੇ ਨਾਲ, ਬਹਿ ਕੇ ਟਿਕ ਕੇ ਹੌਲੀ ਹੌਲੀ। ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਕਹਿੰਦੇ ਆਨੰਦ ਵਿੱਚ ਬਹਿ ਕੇ ਗਾਓ। ਕਈ ਬੜਾ ਉੱਚੀ ਉੱਚੀ ਗਾਉਣਗੇ, ਬੜਾ ਰੌਲਾ ਰੱਪਾ ਪਾਉਣਗੇ, ਬੜੀ ਗਰਮੀ ਵਿੱਚ ਆ ਜਾਣਗੇ।
ਮਹਾਰਾਜ ਕਹਿੰਦੇ ਇੱਦਾਂ ਤੱਤ ਹੱਥੋਂ ਨਿਕਲ ਸਕਦਾ ਹੈ। ਜਿਹੜੀਆਂ ਦਾਨੀਆਂ ਬਰਦਾਨੀਆਂ ਮਾਈਆਂ ਨੇ ਨਾ, ਪੁਰਾਣੇ ਸਮੇਂ ਵਿੱਚ ਦੁੱਧ ਰਿੜਕਦੀਆਂ ਸਨ। ਹੁਣ ਜਦੋਂ ਦੁੱਧ ਰਿੜਕਣਾ ਤੇ ਉਹ ਬੜੀ ਸਹਿਜਤਾ ਦੇ ਨਾਲ ਰਿੜਕਿਆ ਜਾਂਦਾ ਸੀ। ਜੇ ਜ਼ਿਆਦਾ ਜ਼ੋਰ ਲਾ ਦਿੱਤਾ, ਮਧਾਣੀ ਜ਼ਿਆਦਾ ਤੇਜ਼ ਚੱਲ ਪਈ ਤੇ ਉਹ ਮੱਖਣ ਜਿਹੜਾ ਸੀ ਉਹ ਦੁੱਧ ਦੇ ਵਿੱਚੇ ਘੁਲ ਜਾਂਦਾ ਸੀ, ਪ੍ਰਾਪਤੀ ਕੁਝ ਨਹੀਂ ਸੀ ਹੁੰਦੀ। ਉਹ ਫਿਰ ਬੱਚੀਆਂ ਨੂੰ ਸਮਝਾਉਂਦੀਆਂ ਸਨ ਵੀ ਸਹਿਜਤਾ ਨਾਲ ਰਿੜਕੋ। ਸੋ ਮਹਾਰਾਜ ਤਾਂ ਆਂਦੇ ਨੇ ਵੀ ਕਿਤੇ ਮੱਖਣ ਖੋਸੀ ਨਾ ਜਾਵੇ, ਕਿਤੇ ਤੱਤ ਹੱਥੋਂ ਹੀ ਨਾ ਨਿਕਲ ਜਾਵੇ। ਆਨੰਦ ਨਾਲ ਨਾਮ ਜਪੋ, ਕਾਹਲੀ ਨਾ ਕਰੋ, ਰਸ ਮਾਣ ਕੇ ਨਾਮ ਜਪੋ। ਹੁਣ ਜਦੋਂ ਆਨੰਦ ਦੇ ਨਾਲ ਗੀਤ ਗਾਏ, ਫਿਰ ਕਹਿੰਦੇ ਸਹਿਜ ਪ੍ਰਾਪਤ ਹੋਇਆ, ਬੇਫਿਕਰੀ ਪ੍ਰਾਪਤ ਹੋਈ, ਖੇੜੇ ਵਾਲੀ ਅਵਸਥਾ ਪ੍ਰਾਪਤ ਹੋਈ। ਬਾਣੀ ਕਹਿੰਦੀ ਆ ਚੌਥੇ ਪਦ ਮੈਂ ਸਹਿਜ ਹੈ, ਗੁਰਮੁਖ ਪੱਲੇ ਪਾਏ। ਤੁਰਿਆ ਅਵਸਥਾ ਵਿੱਚ ਚਲੇ ਗਏ, ਰਜੋ ਤਮੋ ਸਤੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਗਏ। ਔਰ ਅੱਗੇ ਇੱਕ ਹੋਰ ਅਰਥ ਹੈ ਸਹਿਜ ਦਾ, ਉਹ ਹੈ ਆਤਮਕ ਅਡੋਲਤਾ ਪ੍ਰਾਪਤ ਹੋ ਜਾਣੀ, ਉਹ ਅਵਸਥਾ ਜਿੱਥੇ ਟਿਕਾ ਹੈ। ਮਹਾਰਾਜ ਕਹਿੰਦੇ ਨੇ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ। ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਲੈ ਕੇ ਅਕਾਲ ਪੁਰਖ ਦੇ ਗੀਤ ਗਾਏ ਨੇ, ਉਹਨਾਂ ਦੇ ਜੀਵਨ 'ਚ ਸੁੱਖ, ਉਹਨਾਂ ਦਾ ਮਨ ਸ਼ਾਂਤੀ ਵਿੱਚ ਟਿਕ ਗਿਆ, ਉਹਨਾਂ ਦੇ ਜੀਵਨ ਵਿੱਚ ਸਦਾ ਹੀ ਆਨੰਦ ਰਸ ਹੈ। ਸੋ ਸਹਿਜਤਾ ਦਾ ਇੱਕ ਹੋਰ ਪੱਖ ਹੈ। ਕਹਿੰਦੇ ਆਤਮ ਅਕਾਲ ਪੁਰਖ ਦਾ ਸਰੂਪ ਹੈ। ਅਸੀਂ ਜੁਦਾ ਹੋਏ ਅਕਾਲ ਪੁਰਖ ਤੋਂ, ਦੁਨੀਆ ਵਿੱਚ ਵਿਚਰੇ, ਜੀਵਨ ਆਤਮਾ ਵਿਕਾਰਾਂ ਨਾਲ ਦਾਗੀ ਹੋ ਗਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਦੇ ਵਿੱਚ ਜੋ ਨਿਰਮਲ ਆਤਮਾ ਸੀ ਜਦੋਂ ਪੈ ਗਿਆ, ਮਹਾਰਾਜ ਕਹਿੰਦੇ ਨੇ ਵਿਕਾਰਾਂ ਦੇ ਦਾਗ ਲੱਗ ਗਏ। ਹੁਣ ਅਕਾਲ ਪੁਰਖ ਵਿੱਚ ਉਹੀ ਮਿਲੇਗਾ ਜੋ ਫਿਰ ਨਿਰਮਲ ਹੋਵੇਗਾ, ਜਿਹਦੇ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਨਹੀਂ ਹੋਵੇਗੀ। ਸੋ ਸਹਿਜ ਅਵਸਥਾ ਬ੍ਰਹਮ ਗਿਆਨ ਦੀ ਅਵਸਥਾ ਨੂੰ ਵੀ ਕਿਹਾ ਹੈ, ਜਿੱਥੇ ਕੋਈ ਬਨਾਵਟ ਨਹੀਂ ਹੈ, ਜਿੱਥੇ ਕੋਈ ਵਿਕਾਰਾਂ ਦੀ ਮੈਲ ਨਹੀਂ ਹੈ। ਆਤਮਾ ਆਪਣੇ ਅਸਲੀ ਸੁਭਾਅ ਵਿੱਚ ਜਿੱਥੇ ਆ ਜਾਵੇ, ਨਿਰਮਲ ਹੋ ਜਾਵੇ। ਜਲ ਵਿੱਚ ਜਲ ਹੀ ਮਿਲੇਗਾ, ਤੇਲ ਨਹੀਂ ਮਿਲਦਾ। ਅਕਾਲ ਪੁਰਖ ਨਿਰਮਲ ਹੈ, ਜਲ ਵਰਗਾ, ਸਾਨੂੰ ਜਲ ਹੋਣਾ ਪਵੇਗਾ। ਉਹਨੂੰ ਪਰਮ ਪਦ ਵੀ ਕਹਿੰਦੇ ਨੇ, ਉਹਨੂੰ ਸਹਿਜ ਅਵਸਥਾ ਵੀ ਕਹਿੰਦੇ ਨੇ, ਨਿਰਮਲ ਅਵਸਥਾ ਵੀ ਕਹਿੰਦੇ ਨੇ, ਗਿਆਨ ਅਵਸਥਾ ਵੀ ਕਹਿੰਦੇ ਨੇ। ਸ਼ਾਂਤ ਸਹਿਜ ਆਨੰਦ ਗੁਣ ਗਾਏ, ਦੂਤ ਦੁਸ਼ਟ ਸਭ ਹੋਏ ਖਾਇਆ। ਜਦੋਂ ਰੱਬ ਦੇ ਗੀਤ ਗਾਏ, ਉਹ ਸਾਡੇ ਜਿੰਨੇ ਵੀ ਦੁਸ਼ਮਣ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਨ, ਇਹ ਜੋ ਮੈਲ ਸੀ, ਉਹ ਗੀਤ ਗਾਉਂਦੇ ਗਾਉਂਦੇ ਉਤਰ ਗਈ। ਸਹਿਜ ਆਨੰਦ ਗਾਵਹਿ ਗੁਣ ਗੋਬਿੰਦੋ, ਪ੍ਰਭ ਨਾਨਕ ਸਰਬ ਸਮਾਹਿਆ ਜੀਓ। ਜਿਹੜਾ ਵੀ ਅਕਾਲ ਪੁਰਖ ਦੇ ਗੀਤ ਗਾਵੇਗਾ, ਨਿਰਮਲ ਹੋਵੇਗਾ। ਫਿਰ ਨਿਰਮਲ ਆਤਮਾ ਹੀ ਅਕਾਲ ਪੁਰਖ 'ਚ ਭੇਦ ਹੁੰਦੀ ਹੈ। ਸੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਪੱਟ ਸਾਹਿਬਾਨਾਂ ਦੀ ਇਹ ਉਪਦੇਸ਼ ਕਰਦੀ ਹੈ, ਐ ਗੁਰੂ ਰਾਮਦਾਸ, ਸਹਿਜਤਾ ਨਾਲ ਤੁਹਾਨੂੰ ਗੁਰੂ ਅਮਰਦਾਸ ਪ੍ਰਾਪਤ ਹੋਏ। ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਨਾਲ ਸਹਿਜ ਗਿਆਨ ਪ੍ਰਾਪਤ ਕੀਤਾ, ਸਹਿਜ ਅਵਸਥਾ ਪ੍ਰਾਪਤ ਕੀਤੀ। ਇਸੇ ਤਰ੍ਹਾਂ ਜਿਹੜਾ ਤੁਹਾਨੂੰ ਪਰਸੇਗਾ, ਤੁਸੀਂ ਐਸੇ ਪਾਰਸ ਹੋ, ਵਿਕਾਰਾਂ ਨੂੰ ਮਿਟਾ ਕੇ ਲੋਹੇ ਵਰਗੇ ਨਾਚੀਜ਼ ਨੂੰ ਤੁਸੀਂ ਕੰਚਨ ਕਰ ਦਿੰਦੇ ਹੋ, ਗੁਰਮੁਖ ਬਣਾ ਦਿੰਦੇ ਹੋ, ਮਨਮੁਖ ਨੂੰ ਸਾਖਤ ਨੂੰ ਸੰਤ ਬਣਾ ਦਿੰਦੇ ਹੋ। ਸਤਿਗੁਰ ਪ੍ਰਸਾਦ ਪਰਮ ਪਦ ਪਾਇਆ, ਭਗਤ ਭਾਏ ਭੰਡਾਰ ਭਰੇ। ਸਤਿਗੁਰੂ ਤੋਂ ਭਾਵ ਹੈ ਜੋ ਸਤ ਸਰੂਪ ਹੈ, ਸਦੀਵੀ ਹੈ। ਸਰੀਰ ਰਵੇ ਜਾਂ ਨਾ ਰਵੇ, ਜਿਹਦਾ ਨਾਮ ਅਮਰ ਹੈ, ਜੋ ਨਿਰਗੁਣ ਤੌਰ 'ਤੇ ਹਰ ਜ਼ਰੇ ਵਿੱਚ ਵਸਿਆ ਹੋਇਆ ਹੈ, ਜੋ ਸ੍ਰੇਸ਼ਟ ਹੈ, ਸਭ ਰਹਿਬਰਾਂ ਦੇਵੀ ਦੇਵਤਿਆਂ ਤੋਂ ਪਰੇ ਹੈ, ਜਿਸ ਦਾ ਬਚਨ ਅਟਲ ਹੈ, ਸੱਤ ਹੈ, ਜਿਸ ਦਾ ਕਰਮ ਸੱਤ ਹੈ, ਕਰਨੀ ਸੱਤ ਹੈ,
ਜਿਹੜਾ ਸੱਚ ਨਾਲ ਅਭੇਦ ਕਰ ਦਿੰਦਾ ਹੈ। ਸਤਿਗੁਰ ਮਿਲਿਆ, ਸੱਚ ਮਿਲੇ, ਸੱਚ ਨਾਮ ਸਮਾਇਆ। ਅਕਾਲ ਪੁਰਖ ਦੇ ਵਿੱਚ ਜੋ ਸਾਨੂੰ ਅਭੇਦ ਕਰ ਦਵੇ ਉਹਨੂੰ ਸਤਿਗੁਰੂ ਕਹਿੰਦੇ ਨੇ। ਲਫ਼ਜ਼ ਵਰਤਿਆ ਹੈ ਪ੍ਰਸਾਦ। ਜਦੋਂ ਗੁਰੂ ਕਿਰਪਾ ਕਰ ਦਵੇ, ਜਦੋਂ ਗੁਰੂ ਮਿਹਰ ਕਰ ਦਵੇ, ਕੀ ਹੁੰਦਾ ਹੈ? ਕਹਿੰਦੇ ਪਰਮ ਪਦ ਪਾਇਆ। ਪਰਮ ਦਾ ਮਤਲਬ ਹੈ ਸਭ ਤੋਂ ਉੱਚੀ ਅਵਸਥਾ, ਉੱਚੀ ਪਦਵੀ। ਹੁਣ ਮਨੁੱਖਤਾ ਵਿੱਚ ਉੱਚੀ ਪਦਵੀ ਮਹਾਂਪੁਰਸ਼ਾਂ ਦੀ ਹੈ, ਮੋਕਸ਼ ਵਾਲੀ ਪਦਵੀ, ਜਿਹਨੂੰ ਕਹਿੰਦੇ ਨੇ ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐ ਗੁਰੂ ਰਾਮਦਾਸ, ਤੁਸੀਂ ਗੁਰੂ ਅਮਰਦਾਸ ਜੀ ਨੂੰ ਮਿਲੇ ਭਾਈ ਜੇਠਾ ਦੇ ਰੂਪ ਵਿੱਚ, ਔਰ ਗੁਰਾਂ ਨੇ ਤੁਹਾਡੇ ਤੇ ਐਸੀ ਕਿਰਪਾ ਕੀਤੀ, ਤੁਹਾਡੀ ਸੇਵਾ ਵੇਖ ਕੇ, ਸਿਮਰਨ ਵੇਖ ਕਰਕੇ ਤੁਹਾਨੂੰ ਪਰਮ ਪਦਵੀ ਬਖਸ਼ੀ, ਤੁਹਾਨੂੰ ਆਪਣਾ ਰੂਪ ਬਣਾ ਲਿਆ। ਇੱਕ ਤੇ ਇਹ ਸੰਤ ਦੀ ਉਪਾਧੀ ਦੇਣੀ, ਤੁਹਾਨੂੰ ਸਾਧੂਆਂ ਸਤਪੁਰਸ਼ਾਂ ਤੋਂ ਉੱਚੀ ਪਦਵੀ ਤੇ ਬਿਠਾਇਆ, ਗੁਰੂ ਨਾਨਕ ਦੇ ਤਖਤ ਤੇ ਬਿਠਾਇਆ। ਐਸੀ ਕਿਰਪਾ ਤੁਹਾਡੇ ਤੇ ਕੀਤੀ, ਤੁਹਾਡੇ ਪਾਸ ਭਗਤੀ ਦੇ, ਭਾਉ ਦੇ, ਪ੍ਰੇਮ ਦੇ ਭੰਡਾਰੇ ਭਰੇ ਹੀ ਰਹਿੰਦੇ ਨੇ। ਜਿਹੜਾ ਵੀ ਤੁਹਾਡੀ ਸ਼ਰਨ ਆਉਂਦਾ ਹੈ ਉਹਦੇ ਵੀ ਭੰਡਾਰੇ ਤੁਸੀਂ ਭਰ ਦਿੰਦੇ ਹੋ, ਨਾਮ ਦੀਆਂ ਬਰਕਤਾਂ ਵੀ ਬਖਸ਼ਦੇ ਹੋ, ਦੌਲਤਾਂ ਸ਼ੋਹਰਤਾਂ ਨਾਲ ਵੀ ਭੰਡਾਰੇ ਭਰ ਦਿੰਦੇ ਹੋ। ਮਨ ਮੇਰੇ ਰਾਮ ਨਾਮ ਆਧਾਰ, ਗੁਰ ਪ੍ਰਸਾਦ ਪਰਮ ਪਦ ਪਾਇਆ, ਸਭ ਇੱਛ ਪੁਜਾਵਣ ਹਾਰ। ਜਿਹੜੇ ਗੁਰੂ ਦੀ ਸ਼ਰਨ ਆ ਜਾਂਦੇ ਨੇ, ਪਰਮ ਪਦਵੀ ਤੇ ਮਿਲਦੀ ਹੈ, ਮੋਕਸ਼ ਪਦਵੀ, ਮੁਕਤੀ, ਰੋਗਾਂ ਤੋਂ, ਸੋਗਾਂ ਤੋਂ, 84 ਲੱਖ ਜੂਨਾਂ ਤੋਂ ਨਜ਼ਾਤ। ਔਰ ਨਾਲ ਕਹਿੰਦੇ ਤੁਹਾਡੀ ਹਰ ਇੱਛਾ ਦੀ ਪੂਰਤੀ ਗੁਰੂ ਕਰ ਦਵੇਗਾ। ਭਾਈ ਗੁਰਦਾਸ ਕਹਿੰਦੇ ਨੇ ਸਤਿਗੁਰ ਸਿੱਖਿਆ ਦੀਖਿਆ, ਹਿਰਦੇ ਪ੍ਰਵੇਸ਼ ਜਾਹੇ, ਤਾ ਕੀ ਸੀਖ ਸੁਨਤ ਪਰਮ ਪਦ ਪਾਵਈ। ਜਿਹਦੇ ਅੰਦਰ ਗੁਰੂ ਦੀ ਸਿੱਖਿਆ ਸਮਾ ਗਈ ਉਹ ਗੁਰਮੁਖ ਮਹਾਂਪੁਰਸ਼ ਹੋ ਨਿਬੜਿਆ, ਜਿਹਨੂੰ ਲੋਕ ਸਿਰ ਝੁਕਾਉਂਦੇ ਨੇ, ਜਿਹਦਾ ਲੋਕ ਅਦਬ ਕਰਦੇ ਨੇ। ਭਾਈ ਰੇ ਸੰਤ ਜਨਾਂ ਕੀ ਰੇਣ, ਜਿਹਨੂੰ ਲੋਕ ਸਜਦਾ ਕਰਦੇ ਨੇ। ਹੁਣ ਗੁਰੂ ਰਾਮਦਾਸ ਪਾਤਸ਼ਾਹ ਭਗਤੀ ਦਾ ਭੰਡਾਰ ਨੇ। ਭਗਤੀ ਤੋਂ ਭਾਵ ਹੈ ਉਪਾਸ਼ਨਾ, ਬੰਦਗੀ, ਇਬਾਦਤ, ਨਾਮ ਸਿਮਰਨ, ਅਕਾਲ ਪੁਰਖ ਵਿੱਚ ਲਿਵ ਲਾਉਣੀ। ਤੇ ਇੱਥੇ ਅੱਗੇ ਲਫ਼ਜ਼ ਵਰਤਿਆ ਹੈ ਭਾਏ। ਭਾਏ ਦਾ ਮਤਲਬ ਹੁੰਦਾ ਹੈ ਪਿਆਰ, ਪ੍ਰੇਮ। ਗੁਰੂ ਰਾਮਦਾਸ ਭਗਤੀ ਦੇ ਨਾਲ ਨਾਲ ਪ੍ਰੇਮ ਦਾ ਭੰਡਾਰ ਵੀ ਨੇ, ਸਭ ਨੂੰ ਪ੍ਰੇਮ ਕਰਦੇ ਨੇ, ਪ੍ਰੇਮ ਵੰਡਣ ਵਾਲੇ ਨੇ। ਮੁੰਦੇ ਤੂੰ ਚੱਲ ਗੁਰ ਕੈ ਭਾਏ, ਅਨ ਦਿਨ ਰਾਵਹਿ ਪਿਰ ਆਪਣਾ, ਸਹਜੇ ਸੱਚ ਸਮਾਏ। ਜਿਹੜਾ ਗੁਰੂ ਨਾਲ ਪ੍ਰੇਮ ਕਰੇਗਾ, ਗੁਰੂ ਰਾਮਦਾਸ ਤੇ ਸਭ ਨਾਲ ਪ੍ਰੇਮ ਕਰਦੇ ਨੇ, ਜਿਹੜਾ ਉਹਨਾਂ ਦੇ ਨਾਲ ਪ੍ਰੇਮ ਕਰੇਗਾ, ਉਹਨਾਂ ਦੇ ਹੁਕਮ ਵਿੱਚ ਚੱਲੇਗਾ, ਉਹਨੂੰ ਵੀ ਆਪਣੇ ਵਿੱਚ ਸੱਚ ਵਿੱਚ ਅਭੇਦ ਕਰ ਲੈਣਗੇ, ਆਪਣਾ ਰੂਪ ਬਣਾ ਲੈਣਗੇ। ਹੁਣ ਭੰਡਾਰ ਉਸ ਖਜ਼ਾਨੇ ਲਈ ਵਰਤਿਆ ਬਾਣੀ ਵਿੱਚ ਜਿਹੜਾ ਕਦੇ ਖਾਲੀ ਨਹੀਂ ਹੁੰਦਾ। ਦੁਨਿਆਵੀ ਭੰਡਾਰ ਸਭ ਖਾਲੀ ਹੋ ਜਾਂਦੇ ਨੇ, ਗੁਰ ਸਾਗਰ ਪੂਰਾ ਭੰਡਾਰ। ਗੁਰੂ ਉਹ ਸਾਗਰ ਹੈ ਜੋ ਕਦੇ ਵੀ ਦਾਤਾਂ ਤੋਂ ਖਾਲੀ ਨਹੀਂ ਹੁੰਦਾ, ਭਗਤੀ ਤੋਂ ਖਾਲੀ ਨਹੀਂ ਹੁੰਦਾ, ਜੋ ਸਦਾ ਹੀ ਲੋਕਾਈ ਨੂੰ ਭਗਤੀ ਸ਼ਕਤੀ ਵਰਤਾਉਂਦਾ ਰਹਿੰਦਾ ਹੈ। ਇੱਕ ਨਾ ਸੱਚ ਬੁਝਾਇਨ, ਤਿੰਨਾ ਅਤੁੱਟ ਭੰਡਾਰ ਦਿਵਾਇਆ, ਹਰ ਚੇਤ ਖਾਹੇ ਤਿੰਨਾ ਸਫਲ ਹੈ, ਅਚੇਤਾ ਹੱਥ ਤਡਾਇਆ। ਜਿਹੜਾ ਗੁਰੂ ਪਾਸੋਂ ਦੌਲਤਾਂ ਸ਼ੋਹਰਤਾਂ ਲੈ ਕੇ ਉਹਦਾ ਸ਼ੁਕਰਾਨਾ ਕਰਦਾ ਰਹੇਗਾ, ਉਹਦੇ ਵੀ ਭੰਡਾਰੇ ਅਤੁੱਟ ਹੋ ਜਾਣਗੇ, ਮੁੱਕਣਗੇ ਨਹੀਂ। ਜਿਹੜਾ ਚੇਤਦਾ ਰਹੇਗਾ ਉਹਦੇ ਪਾਸੋਂ ਫਲ ਲੈ ਕੇ, ਤੇ ਜਿਹੜੇ ਅਚੇਤ ਹੋ ਗਏ ਨਾ, ਜਿਨ੍ਹਾਂ ਫਲ ਪ੍ਰਾਪਤ ਕਰ ਲਿਆ ਪਰ ਉਸ ਅਕਾਲ ਪੁਰਖ ਨੂੰ ਭੁੱਲ ਗਏ, ਕਹਿੰਦੇ ਹੱਥ ਤੜਾਇਆ, ਉਹਨਾਂ ਨੂੰ ਲੋਕਾਂ ਅੱਗੇ ਝੋਲੀਆਂ ਹੱਥ ਅੱਡਣੇ ਪੈ ਗਏ, ਮੰਗਣ ਤੇ ਮਜਬੂਰ ਕਰ ਦਿੰਦਾ ਹੈ ਉਹਨਾਂ ਨੂੰ। ਸੋ ਸ਼ੁਕਰਾਨਾ ਕਰਿਆ ਕਰੋ ਜਦੋਂ ਰੱਬ ਦੇ ਬਖਸ਼ੇ ਇਹ ਭੰਡਾਰੇ ਤੱਕਦੇ ਹੋ, ਦੌਲਤਾਂ ਸ਼ੋਹਰਤਾਂ ਮਹਿਲ ਮਾੜੀਆਂ 'ਚ ਵੱਸਦੇ ਹੋ, ਬੁਰਕੀ ਤੋੜਦੇ ਹੋ, ਤੇ ਵਾਹਿਗੁਰੂ ਨੂੰ ਯਾਦ ਕਰ ਲਿਆ ਕਰੋ। ਅਜ਼ਮਤ ਦਿੱਤੀ ਹੈ ਬੁਰਕੀ ਕਮਾਉਣ ਦੀ ਤੇ ਬੁਰਕੀ ਤੋੜ ਕੇ ਮੂੰਹ 'ਚ ਪਾਉਣ ਦੀ। ਕੋਈ ਪਤਾ ਨਹੀਂ ਅਗਲੇ ਪਲ
ਆਪਣੀ ਜੋਤ ਖਿੱਚ ਲਵੇ, ਸਰੀਰ ਮਿੱਟੀ ਹੋ ਜਾਵੇ। ਇੱਥੇ ਲੰਗੇ ਲੂਲੇ ਵੀ ਕਈ ਉਹਨੇ ਪੈਦਾ ਕੀਤੇ ਨੇ ਜਿਹੜੇ ਬੁਰਕੀ ਪਾਉਣ ਦੇ ਸਮਰੱਥ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਚੇਤੇ ਕਰਿਆ ਕਰੋ, ਉਹ ਫਲ ਪ੍ਰਦਾਤਾ ਹੈ। ਯਾਦ ਰੱਖੋਗੇ ਤੇ ਭੰਡਾਰੇ ਭਰੀ ਰੱਖੇਗਾ, ਭੁੱਲ ਜਾਓਗੇ ਤੇ ਖੁਰਾ ਖੋਜ ਮਿਟਾ ਦੇਵੇਗਾ। ਸਤਿਗੁਰ ਜੇ ਵੱਡ ਅਵਰ ਨਾ ਕੋਈ, ਮਿਲ ਸਤਿਗੁਰ ਪੁਰਖ ਧਿਆਈਐ। ਹਰ ਜਨ ਵੱਡੇ ਵੱਡੇ ਵੱਡ ਉੱਚੇ, ਜੋ ਸਤਿਗੁਰ ਮੇਲ ਮਿਲਾਈਐ। ਜਿਹੜਾ ਗੁਰੂ ਦੀ ਸ਼ਰਨ ਆਇਆ, ਬਿਆਨ ਨਹੀਂ ਕਰ ਸਕਦੇ, ਇੰਨਾ ਉੱਚਾ ਹੋ ਜਾਂਦਾ ਹੈ। ਕੋਈ ਸੋਚਦਾ ਸੀ ਵੀ ਚੂਨਾ ਮੰਡੀ ਲਾਹੌਰ ਵਿੱਚ ਘੁੰਗਣੀਆਂ ਵੇਚਣ ਵਾਲਾ ਇੱਕ ਯਤੀਮ ਬੱਚਾ ਭਾਈ ਜੇਠਾ ਕੁੱਲ ਕਾਇਨਾਤ ਦਾ ਮਾਲਕ ਗੁਰੂ ਰਾਮਦਾਸ ਬਣੇਗਾ, ਜਿਹਨੂੰ 8 ਪਹਿਰੀ ਰੋਟੀ ਨਹੀਂ ਸੀ ਮਿਲਦੀ, ਮੁੱਠੀ ਪਰ ਛੋਲੇ ਵੇਚ ਕੇ ਗੁਜ਼ਾਰਾ ਕਰਦਾ ਸੀ। ਉਹਦੇ ਦਰ 'ਤੇ ਹਰਿਮੰਦਰ ਸਾਹਿਬ ਰੋਜ਼ 1.5 ਤੋਂ 2 ਲੱਖ ਬੰਦਾ ਲੰਗਰ ਛਕਦਾ ਹੈ, ਕੋਈ ਖਾਲੀ ਨਹੀਂ ਜਾਂਦਾ। ਇਹ ਅਜ਼ਮਤ ਹੈ ਗੁਰੂ ਨਾਨਕ ਦੇ ਘਰ ਦੀ, ਵੱਡਿਓਂ ਵੱਡੇ ਕਰ ਦਿੰਦਾ ਹੈ ਉਹ, ਆਪਣਾ ਰੂਪ ਬਣਾ ਲੈਂਦਾ ਹੈ ਉਹ, ਭੰਡਾਰੇ ਬਖਸ਼ ਦਿੰਦਾ ਹੈ ਉਹ। ਜਿਹੜੇ ਉਹਦਾ ਧੰਨਵਾਦ ਕਰਨ ਚਿੱਤ ਆਵੇ, ਉਸ ਪਾਰ ਬ੍ਰਹਮ ਲੱਗੇ ਨਾ ਤਾਤੀ ਵਾਹ, ਐਸੀ ਬਖਸ਼ਿਸ਼ ਕਰ ਦਿੰਦਾ ਹੈ ਉਹ। ਮੇਟਿਆ ਜਨਮਾਂ ਤੋਂ ਮਰਨ ਭਉ ਭਾਗਾ, ਚਿਤ ਲਾਗਾ ਸੰਤੋਖ ਸਰੇ। ਜਨਮਾਂਤ ਜਨਮ ਤੇ ਅੰਤ, ਜਨਮ ਤੇ ਮੌਤ, ਜਾਂ ਜਨਮਾਂਤਰ ਨੂੰ ਵੀ ਜਨਮਾਂਤ ਕਹਿ ਦਿੰਦੇ ਨੇ। ਹੋਰ ਜਨਮ, ਅਨੇਕਾਂ ਜਨਮ ਜਿਹੜੇ ਨੇ। ਮਰਨ, ਸਰੀਰ ਤੋਂ ਪ੍ਰਾਣਾਂ ਦਾ ਵਿਯੋਗ ਹੋ ਜਾਣਾ, ਸਰੀਰ ਨੇ ਮਿੱਟੀ ਹੋ ਜਾਣਾ ਹੈ। ਜਿਹੜਾ ਭਉ ਹੈ ਨਾ, ਭਉ, ਜਿਹੜਾ ਮੌਤ ਦਾ ਡਰ ਹੈ, ਜੰਮਣ ਦਾ ਡਰ ਹੈ, ਇਹ ਵੀ ਇੱਕ ਡਰ ਹੈ। 9-10 ਮਹੀਨੇ ਮਾਂ ਦੇ ਗਰਭ ਵਿੱਚ ਪੁੱਠੇ ਲਟਕੇ ਰਹਿਣਾ ਮੁਸ਼ਕਲ ਹੈ। ਇੱਦਾਂ ਹੀ ਹਰ ਬੰਦਾ ਮੌਤ ਦਾ ਡਰ ਰੱਖਦਾ ਹੈ। ਇਹ ਨਹੀਂ ਕੋਈ ਕਹਿ ਸਕਦਾ ਵੀ ਮੈਂ ਡਰਦਾ ਨਹੀਂ ਹਾਂ। ਬੜੀ ਕੋਈ ਵਿਰਲੀ ਰੂਹ ਹੁੰਦੀ ਹੈ ਜੋ ਨਿਡਰ ਹੈ, ਅਕਾਲ ਪੁਰਖ ਵਿੱਚ ਉਪੇਦ। ਹਰ ਇੱਕ ਨੂੰ ਕਿਸੇ ਦਾ ਡਰ ਹੈ। ਕਿਸੇ ਨੂੰ ਤਖਤ ਜਾਣ ਦਾ ਡਰ ਹੈ, ਕਿਸੇ ਨੂੰ ਇਹ ਹੈ ਵੀ ਔਲਾਦ ਕਹਿਣੇ 'ਚ ਨਹੀਂ ਚੱਲਦੀ, ਕੀ ਬਣੇਗਾ, ਬੁਢੇਪਾ ਆ ਰਿਹਾ ਹੈ, ਰੋਜ਼ੀ ਰੋਟੀ ਕੌਣ ਚਲਾਵੇਗਾ, ਬੱਚੇ ਲਾਇਕ ਨਹੀਂ ਨਿਕਲੇ, ਮੂੰਹ 'ਚ ਬੁਰਕੀ ਕੌਣ ਪਾਵੇਗਾ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਜਿਤਨੇ ਵੀ ਡਰ ਨੇ, ਜਿੰਨਾ ਵੀ ਦੁਨੀਆ 'ਤੇ ਭੈ ਹੈ, ਚਾਹੇ ਜਨਮ ਦਾ, ਚਾਹੇ ਮੌਤ ਦਾ, ਚਾਹੇ ਭਵਿੱਖ ਦਾ, ਚਾਹੇ ਦੁਸ਼ਮਣਾਂ ਦਾ, ਜਿਹੜਾ ਗੁਰੂ ਨਾਨਕ ਦੇ ਦਰ 'ਤੇ ਅਕਾਲ ਪੁਰਖ ਨੂੰ ਧਿਆਵੇਗਾ, ਸੰਤੋਖ ਦੇ ਸਰ ਸਰੋਵਰ ਅਕਾਲ ਪੁਰਖ ਦੇ ਗੀਤ ਗਾਵੇਗਾ, ਉਹਦਾ ਹਰ ਪ੍ਰਕਾਰ ਦਾ ਡਰ ਚੁੱਕਿਆ ਜਾਵੇਗਾ। ਇੱਕ ਪੱਖ ਇਹ ਵੀ ਹੈ ਵੀ ਐ ਗੁਰੂ ਅਮਰਦਾਸ ਤੁਹਾਡੇ ਸ਼ਬਦ ਦਾ ਅਭਿਆਸ ਕਰਕੇ ਬਾਬਾ ਜੇਠਾ ਜੀ ਆਪਣੇ ਚਿੱਤ ਨੂੰ ਤੁਹਾਡੇ ਸ਼ਬਦ ਵਿੱਚ, ਸੰਤੋਖ ਸਰ ਵਿੱਚ, ਭਾਵ ਅਕਾਲ ਪੁਰਖ ਵਿੱਚ ਜੋੜ ਕੇ ਬੈਠ ਗਏ। ਅਕਾਲ ਪੁਰਖ ਦਾ ਰੂਪ ਹੋਏ, ਜੋ ਅਕਾਲ ਪੁਰਖ ਦਾ ਰੂਪ ਹੈ, ਉਹਨੂੰ ਜੰਮਣ ਤੇ ਮਰਨ ਦਾ ਫਿਰ ਕਾਹਦਾ ਡਰ ਹੈ? ਕੋਈ ਡਰ ਨਹੀਂ ਹੁੰਦਾ। ਮਹਾਰਾਜ ਪਾਤਸ਼ਾਹ ਕਹਿੰਦੇ ਭੈ ਭਉ ਭਰਮ ਖੋਇਆ ਗੁਰਪੂਰੈ, ਦੇਖਾ ਸਭਨੀ ਜਾਈ ਜੀਓ। ਜਿਹੜਾ ਪੂਰਾ ਗੁਰੂ ਹੈ ਨਾ, ਉਹਨੂੰ ਜੰਮਣ ਮਰਨ ਦਾ ਭੈ ਨਹੀਂ ਹੁੰਦਾ। ਉਹ ਦੁਨੀਆ 'ਤੇ ਕੇਵਲ ਇਸ ਕਾਰਨ ਆਉਂਦਾ ਹੈ, ਸਾਨੂੰ ਸਿੱਧੇ ਰਾਹ ਪਾ ਸਕੇ, ਨਜ਼ਾਤ ਦਵਾ ਸਕੇ, ਸਾਡੇ ਰੋਗ ਸੋਗ ਮਿਟਾ ਸਕੇ। ਜਿਵੇਂ ਬੱਦਲ ਵਰਖਾ ਕਰਦੇ ਨੇ, ਪਰਉਪਕਾਰ ਕਰਦੇ ਨੇ, ਚਲੇ ਜਾਂਦੇ ਨੇ, ਇਉਂ ਜੰਮਣ ਮਰਨ ਤੋਂ ਰਹਿਤ ਰੂਹ ਹੈ ਗੁਰੂ। ਔਰ ਉਹਨੂੰ ਸੰਤੋਖ ਦਾ ਸਾਗਰ ਵੀ ਕਿਹਾ ਹੈ, ਸਰੋਵਰ ਵੀ ਕਿਹਾ ਹੈ। ਚਾਹੇ ਉਹ ਪਰਮੇਸ਼ਵਰ ਹੈ ਜਾਂ ਪਰਮੇਸ਼ਵਰ ਦੇ ਸਰੂਪ ਸਰਗੁਣ ਗੁਰੂ ਰਾਮਦਾਸ ਨੇ। ਸੰਤੋਸ਼ ਦਾ ਮਤਲਬ ਹੁੰਦਾ ਹੈ ਸੰਤੁਸ਼ਟ ਹੋਣਾ। ਅਕਾਲ ਪੁਰਖ ਨੇ, ਪਰਮੇਸ਼ਰ ਨੇ ਜੋ ਪ੍ਰਸੰਨ ਹੋ ਕੇ ਸਾਡੇ ਭਾਗਾਂ ਵਿੱਚ ਹੈ ਸਾਨੂੰ ਦਿੱਤਾ ਹੈ, ਉਹਨੇ 'ਚ ਹੀ ਸਬਰ ਕਰਨਾ। ਆਪਣੀ ਕਿਰਤ ਕਰੋ, ਜੋ ਲਿਖਿਆ ਹੈ ਤੁਹਾਨੂੰ ਦੇ ਰਿਹਾ ਹੈ।
ਇਹ ਭੁੱਖ ਨਹੀਂ ਰੱਖਣੀ, ਤ੍ਰਿਸ਼ਨਾ ਨਹੀਂ ਰੱਖਣੀ ਵੀ ਅਗਲੇ ਦਾ ਖੋਹ ਕੇ ਖਾ ਲਈਏ। ਰੱਜ ਵਿੱਚ ਰਹਿਣਾ। ਮਹਾਰਾਜ ਕਹਿੰਦੇ ਨੇ ਮਾਇਆ ਨਾਲ ਕਦੇ ਵੀ ਰੱਜ ਨਹੀਂ ਕਿਸੇ ਨੂੰ ਆਇਆ। ਅੱਗ ਲੱਕੜਾਂ ਨਾਲ ਕਿੱਥੇ ਬੁਝਦੀ ਹੈ, ਵੱਧਦੀ ਜਾਵੇਗੀ। ਰੱਜ ਸੰਤੋਖ ਦੇ ਨਾਲ ਆਉਂਦਾ ਹੈ। ਔਰ ਸੰਤੋਖ ਬਖਸ਼ਣ ਵਾਲੇ ਗੁਰੂ ਪਾਤਸ਼ਾਹ ਨੇ, ਸੰਤੋਖ ਦਾ ਤਾਲ ਨੇ, ਸਰੋਵਰ ਨੇ ਮਹਾਰਾਜ। ਸਰ ਸੰਤੋਖ ਤਾਸ ਗੁਰ ਹੋਏ। ਗੁਰੂ ਅਕਾਲ ਪੁਰਖ ਦਾ ਸਰੂਪ ਹੋਣੇ ਕਰਕੇ ਸੰਤੋਖ ਦਾ ਸਰੋਵਰ ਨੇ। ਜਿਹੜਾ ਉਹਨਾਂ ਦੀ ਸ਼ਰਨ ਆਉਂਦਾ ਹੈ ਉਸ ਨੂੰ ਰੱਜ ਪ੍ਰਾਪਤ ਹੋ ਜਾਂਦਾ ਹੈ। ਦੋਨੇ ਇੱਕਮਿਕ ਅਕਾਲ ਪੁਰਖ ਤੇ ਗੁਰੂ। ਬਾਣੀ ਚਾਹੁੰਦਾ ਨਾ, ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ, ਆਦ ਰੂਪ ਪੋਖਣ ਭਰਣੰ, ਸਤਿਗੁਰ ਗੁਰ ਸੇਵ, ਅਲਖਗਤ ਜਾਕੀ, ਸ੍ਰੀ ਰਾਮਦਾਸ ਤਾਰਨ ਤਰਣੰ। ਐ ਗੁਰੂ ਰਾਮਦਾਸ, ਜਿਹੜਾ ਅਕਾਲ ਪੁਰਖ ਪੋਖਣ ਭਰਣੰ, ਭੁੱਖਿਆਂ ਨੂੰ ਰੱਜ ਬਖਸ਼ਦਾ ਹੈ, ਖਾਲੀਆਂ ਨੂੰ ਭਰਦਾ ਹੈ। ਤੁਸੀਂ ਪ੍ਰਤੱਖ ਉਹਦਾ ਰੂਪ ਹੋ, ਦੁਨੀਆ ਨੂੰ ਤਾਰਨੇ ਵਾਲੇ ਹੋ। ਤੁਸੀਂ ਸੰਤੋਖ ਦਾ ਸਰ ਹੋ। ਤੁਸੀਂ ਜੀਵਨ ਤੋਂ ਸੰਤੁਸ਼ਟ ਰਹਿੰਦੇ ਹੋ। ਖੈਰ, ਜੇ ਤੁਸੀਂ ਬਚਪਨ ਵਿੱਚ ਵੀ ਉਹਨਾਂ ਦਾ ਜੀਵਨ ਦੇਖੋਗੇ ਨਾ ਤੇ ਉਹ ਬੜਾ ਸੰਤੁਸ਼ਟ ਹੈ, ਭਾਵੇਂ ਘਰ ਵਿੱਚ ਗਰੀਬੀ ਹੈ। ਕਦੇ ਕਿਸੇ ਅੱਗੇ ਹੱਥ ਨਹੀਂ ਡਾਉਂਦੇ, ਆਪਣੀ ਕਿਰਤ ਕਰਦੇ ਨੇ ਔਰ ਹੱਕ ਦੀ ਖਾਂਦੇ ਨੇ। ਅਕਾਲ ਪੁਰਖ ਨੇ ਗੁਰੂ ਨਾਨਕ ਦੇ ਤਖਤ ਦਾ ਚੌਥਾ ਵਾਰਸ 1591 ਬਿਕਰਮੀ ਸੰਮਤ ਕੱਤਕ ਵਦੀ ਦੂਜ ਨੂੰ ਲਾਹੌਰ ਦੀ ਚੂਨਾ ਮੰਡੀ ਪੈਦਾ ਕੀਤਾ। ਭਾਗਾਂ ਵਾਲੇ ਮਾਈ ਬਾਪ ਬਾਬਾ ਹਰਦਾਸ ਤੇ ਮਾਤਾ ਦਇਆ ਕੌਰ ਹੈ। ਨਾਮ ਜੇਠਾ ਰੱਖ ਦਿੱਤਾ, ਸਮਰੱਥ ਨੂੰ ਕਹਿੰਦੇ ਨੇ। ਪੰਥ ਪ੍ਰਕਾਸ਼ ਦੇ ਬੋਲ ਨੇ, ਸੋਢੀ ਹਰਦਾਸ ਹਰਦਾਸੂ, ਦਇਆ ਕੌਰ ਮਾਤਾ ਘਰ ਖਾਸੂ। ਇਹ ਪਰਿਵਾਰ ਦਾ ਜ਼ਿਕਰ ਹੈ ਇਤਿਹਾਸ ਵਿੱਚ। ਬਚਪਨ ਐਸਾ ਹੈ, ਮਾਤਾ ਪਿਤਾ ਗੁਜ਼ਰ ਗਏ। ਬਾਸਰ ਕੇ ਨਾਨਕੇ ਸਨ, ਨਾਨੀ ਆ ਗਈ। ਚੂਨਾ ਮੰਡੀ ਲਾਹੌਰ ਬਾਬਾ ਜੇਠਾ ਜੀ ਦੇ ਹਾਲਾਤ ਐਸੇ ਬਣੇ, ਬਾਪ ਤੋਂ ਜੋ ਜੁਦਾ ਹੋ ਜਾਵੇ ਨਾ, ਜਿਹੜਾ ਯਤੀਮ ਹੋ ਜਾਵੇ, ਉਹਨੂੰ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ ਔਖਾ ਹੋ ਜਾਂਦਾ ਹੈ। ਨਾਨੀ ਘੁੰਗਣੀਆਂ ਉਬਾਲ ਦਿੰਦੀ ਹੈ, ਬਾਜ਼ਾਰ ਵਿੱਚ ਹੋਕਾ ਦੇ ਕੇ ਵੇਚ ਆਉਂਦੇ ਨੇ, ਛੋਲੇ ਵੇਚ ਆਉਂਦੇ ਨੇ। ਇਤਿਹਾਸ ਦੇ ਬੋਲ ਨੇ, ਇਸੀ ਭਾਂਤ ਬਹੁ ਕਾਲ ਬਿਤਾਇਓ, ਮਾਤ ਪਿਤਾ ਸੁਰਪੁਰ ਮਗ ਲਇਓ। ਇਉਂ ਯਤੀਮੀ ਦੀ ਹਾਲਤ ਵਿੱਚ ਬਚਪਨ ਲੰਘਦਾ ਗਿਆ। ਜੀਵਨ ਵਿੱਚ ਬੜੀਆਂ ਔਂਕੜਾਂ ਆਈਆਂ, ਬੜਾ ਦੁੱਖ ਆਇਆ, ਗਰੀਬੀ ਸਿਰ ਤੇ ਬੈਠੀ ਰਹੀ, ਪਰ ਕਦੇ ਵੀ ਹੱਕ ਸੱਚ ਤੋਂ ਜੁਦਾ ਨਹੀਂ ਹੋਇਆ ਬਾਬਾ ਜੇਠਾ। ਆਪਣੀ ਕਿਰਤ ਕਰਨੀ, ਜੋ ਘੁੰਗਣੀਆਂ ਵੇਚ ਕੇ ਕਮਾ ਲਿਆਉਣਾ, ਉਹਦੀ ਰਸਤ ਆਉਣੀ ਤੇ ਉਹਦੀ ਰੋਟੀ ਪੱਕਣੀ। ਔਰ ਸੁਭਾਅ ਕੁਝ ਐਸਾ ਹੈ, ਦਿਆਲੂ ਨੇ। ਜੇ ਕੋਈ ਗਰੀਬ ਮਿਲ ਪਵੇ ਨਾ ਤੇ ਉੱਦਾਂ ਹੀ ਘੁੰਗਣੀਆਂ ਛਕਾ ਆਉਂਦੇ ਨੇ। ਆਵਾਜ਼ ਬੜੀ ਮਿੱਠੀ ਸੀ। ਕਵੀ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਹਿੰਦੇ ਨੇ, ਲੈ ਕਰ ਗਏ ਬਾਜ਼ਾਰ ਕਿਰਪਾਲਾ, ਹੋਕਾ ਦੇਵਤ ਮਧੁਰ ਵਿਸਾਲਾ। ਮਿੱਠੀ ਵਾਜੇ ਹੋਕਾ ਦੇ ਕੇ ਘੁੰਗਣੀਆਂ ਵੇਚਦੇ ਨੇ। ਇੱਕ ਦਿਨ ਸਾਧੂ ਮਿਲਿਆ ਇੱਕ, ਉਹ ਕਹਿੰਦਾ, ਬੱਚਿਆ ਭੁੱਖ ਲੱਗੀ ਐ, ਮੇਰੀ ਝੋਲੀ ਘੁੰਗਣੀਆਂ ਪਾ ਦੇ। ਇੱਕ ਮੁੱਠ ਪਾ, ਦੂਜੀ ਮੁੱਠ ਪਾ, ਤੀਜੀ ਮੁੱਠ ਪਾ। ਜਦੋਂ ਸਾਧੂ ਦੀ ਭੁੱਖ ਨਾ ਮਿਟੀ ਤੋ ਛਾਬਾ ਘੁੰਗਣੀਆਂ ਦਾ ਉਹਦੀ ਝੋਲੀ ਮੂਧਾ ਕਰ ਦਿੱਤਾ। ਇਤਿਹਾਸ ਦੇ ਬੋਲ ਨੇ, 100 ਸਾਧ ਤਿਨ ਲਿਓ ਬੁਲਾਈ, ਹਮੈ ਦੇਹੋ ਇਉਂ ਗਿਰਾ ਅਲਾਈ। ਭੁੱਖੇ ਸਾਧੂ ਨੂੰ ਰਜਾਇਆ। ਹੁਣ ਮਫਲਿਸ ਸੀ, ਗਰੀਬ ਸੀ, ਫਕੀਰ ਸੀ, ਕੋਲ ਉਹਦੇ ਕੁਛ ਹੈ ਨਹੀਂ ਸੀ। ਸਾਧੂ ਕੋਲ ਦੁਆਵਾਂ ਹੀ ਹੁੰਦੀਆਂ ਨੇ, ਸਾਧੂ ਕੋਲ ਬਖਸ਼ਿਸ਼ਾਂ ਹੀ ਹੁੰਦੀਆਂ ਨੇ, ਹੋਰ ਕੀ ਹੋਣਾ ਸੀ। ਉਹ ਮਾਇਆ ਤੋਂ ਪਰੇ ਸੀ। ਉਹ
ਸੋ ਖਾਲੀ ਹੱਥ ਅੱਜ ਘਰ ਮੁੜਨਾ ਪੈ ਗਿਆ ਬਾਬਾ ਜੇਠਾ ਜੀ ਨੂੰ। ਤੇ ਜਦੋਂ ਖਾਲੀ ਹੱਥ ਘਰ ਗਏ ਤੇ ਰਸਤ ਕਿੱਥੋਂ ਆਵੇ ਤੇ ਭੋਜਨ ਕਿੱਥੋਂ ਮਿਲੇ। ਹਾਲਾਤ ਐਸੇ ਬਣੇ ਹੋਏ ਸਨ। ਨਾ ਕੁਝ ਹੁੰਦਿਆਂ ਵੀ ਵੰਡਣ ਦਾ ਸੁਭਾਅ ਹੈ, ਬਖਸ਼ਿੰਦ ਬਿਰਧ ਹੈ ਉਹਨਾਂ ਦਾ, ਸੰਤੁਸ਼ਟ ਨੇ ਜੀਵਨ ਤੋਂ, ਸੰਤੋਖ ਵਿੱਚ ਨੇ। ਠੀਕ ਹੈ, ਜੋ ਕਰਮਾਂ 'ਚ ਮਿਲ ਰਿਹਾ ਹੈ। ਜੇ ਅੱਜ ਨਹੀਂ ਕਰਮਾਂ ਵਿੱਚ ਪੈਸੇ ਤੇ ਨਹੀਂ ਮਿਲੇ। ਇੱਕ ਸ਼ਾਇਰ ਦੇ ਬੋਲ ਨੇ, ਕਹਿੰਦਾ ਹਮੇਸ਼ਾ ਕਾਸਾ ਏ ਖਾਲੀ, ਛਲਕਤਾ ਰਹਿਤਾ ਹੈ ਫਕੀਰ ਹੂੰ, ਸੋ ਕਰਾਮਾਤ ਕਰਤਾ ਰਹਿਤਾ ਹੂੰ। ਇਹੀ ਕਰਾਮਾਤ ਹੈ ਫਕੀਰ ਦੀ। ਕਾਸਾ ਖਾਲੀ ਹੈ, ਭਾਂਡਾ ਖਾਲੀ ਹੈ, ਫਿਰ ਵੀ ਵੰਡੀ ਜਾਣਾ, ਦੁਆਵਾਂ ਦੇਣੀਆਂ, ਬਖਸ਼ਿਸ਼ਾਂ ਕਰਦੇ ਰਹਿਣਾ। ਔਰ ਸਾਧੂ ਦੀ ਬਖਸ਼ਿਸ਼, ਸਾਧੂ ਦੇ ਬੋਲਾਂ ਵਿੱਚ ਅਜ਼ਮਤ ਬੜੀ ਹੁੰਦੀ ਹੈ। ਸਾਧ ਬਚਨ ਅਟਲਾਦਾ, ਅਟਲ ਹੁੰਦੇ ਨੇ ਸਾਧੂ ਦੇ ਬੋਲ। ਖੈਰ, ਮਹਾਰਾਜ ਪਾਤਸ਼ਾਹ ਬਚਪਨ ਤੋਂ ਹੀ ਬੜੇ ਦਿਆਲੂ ਨੇ, ਬੜੇ ਕਿਰਪਾਲੂ ਨੇ ਔਰ ਸੰਤੋਖ ਵਿੱਚ ਰਹਿਣ ਵਾਲੇ ਨੇ। ਸਿਰ ਮੱਥੇ ਅਕਾਲ ਪੁਰਖ ਦਾ ਪਾਣਾ ਕਬੂਲ ਕਰਨ ਵਾਲੇ ਨੇ। ਦੇਖੋ, ਗਰੀਬੀ ਸੀ, ਦੇਵਨੇਤ ਦੇ ਅਨੁਸਾਰ ਜੋ ਮਿਲ ਰਿਹਾ ਸੀ ਉਹਦੇ ਵਿੱਚ ਆਨੰਦ ਮਾਣ ਰਹੇ ਸਨ। ਪਰ ਜਦੋਂ ਸ਼ਰੀਕਾਂ ਵੱਲ ਤੁਸੀਂ ਧਿਆਨ ਦਿਓਗੇ ਨਾ, ਤੇ ਸ਼ਰੀਕ ਜਿਹੜੇ ਨੇ ਉਹਨਾਂ ਦਾ ਸੁਭਾਅ ਕੁਝ ਐਸਾ ਹੁੰਦਾ ਹੈ, ਜੇ ਤੇ 4 ਪੈਸੇ ਤੇਰੀ ਜੇਬ ਵਿੱਚ ਨੇ ਤੇ ਤੇਰਾ ਸੰਗ ਕਰਨਗੇ, ਉਹ ਤੇਰਾ ਸਾਥ ਦੇਣਗੇ। ਉਹ ਸੱਜਣ ਨੇ, ਮਿੱਤਰ ਨੇ, ਸ਼ਰੀਕ ਨੇ, ਪਰਿਵਾਰ ਦੇ ਮੈਂਬਰ ਨੇ। ਜਿੰਨਾ ਚਿਰ ਪੈਸਾ ਹੈ ਤੇਰਾ, ਓਨਾ ਚਿਰ ਅਦਬ ਹੈ। ਤੇ ਜਦੋਂ ਕਿਧਰੇ ਹਾਲਾਤ ਐਸੇ ਬਣ ਜਾਣ, ਤੇਰੀ ਜੇਬ ਵਿੱਚ ਪੈਸਾ ਨਾ ਹੋਇਆ, ਗਰੀਬੀ ਹੋਈ ਤੇ ਕੱਖਾਂ ਤੋਂ ਹੌਲਾ ਹੋ ਜਾਵੇਂਗਾ, ਕਿਸੇ ਨੇ ਬਾਤ ਨਹੀਂ ਪੁੱਛਣੀ ਤੇਰੀ। ਇਹ ਰਿਸ਼ਤੇਦਾਰ, ਯਾਰ, ਇਹ ਸੱਜਣ ਇੱਦਾਂ ਨੇ ਜਿੱਦਾਂ ਮੱਖੀਆਂ ਹੁੰਦੀਆਂ ਨੇ। ਕਿੱਥੇ ਬਹਿੰਦੀਆਂ ਨੇ? ਜਿੱਥੇ ਮਿੱਠਾ ਹੋਵੇ, ਜਿੱਥੇ ਗੁੜ ਹੋਵੇ। ਮਿੱਠਾ ਮੁੱਕ ਗਿਆ, ਮੱਖੀਆਂ ਉੱਡ ਗਈਆਂ। ਡਾਕਟਰ ਮੁਹੰਮਦ ਇਕਬਾਲ ਦੇ ਬੋਲ ਨੇ, ਕਹਿੰਦਾ ਜਿਨ ਕੇ ਆਂਗਨ ਮੇਂ अमीरी का शजर लगता है, उनका हर ऐब भी ज़माने को हुनर लगता है। जे ते अमीरी है, चाहे तेरे विच कोई भी गुण नहीं, ऐबां नाल तू भरिया है, लोग आखणगे भी बड़ा गुणी है, बड़ी भारी गल करदा है, बड़े अल्फाज इहदे कीमती ने। ये पैसे करके वडियाई है। जे गरीब है, जितना चाहे तू गुणी ज्ञानी होवे, ਗੱਲ ਕਰਨ ਦਾ ਤੈਨੂੰ ਚੱਜ ਅਚਾਰ ਹੋਵੇ, ਐਬਾਂ ਤੋਂ ਤੇਰਾ ਰਹਿਤ ਜੀਵਨ ਹੋਵੇ, ਔਗਣਾਂ ਦੇ ਤੂੰ ਨੇੜੇ ਨਾ ਟੁਕਦਾ ਹੋਵੇਂ, ਪੈਸਾ ਨਹੀਂ ਤੇ ਤੇਰੀ ਗੱਲ ਵਜਨ ਵਾਲੀ ਵੀ ਨਹੀਂ ਮੰਨੀ ਜਾਣੀ ਸਮਾਜ ਵਿੱਚ। ਤੇਰਾ ਕੋਈ ਅਦਬ ਨਹੀਂ ਹੋਵੇਗਾ। ਬਾਣੀ ਕਹਿੰਦੀ ਨਿਰਦਨ ਆਦਰ ਕੋਏ ਨਾ ਦੇ, ਲੱਖ ਯਤਨ ਕਰੈ ਹੋ ਚਿਤ ਨਾ ਧਰੇ, ਜਾਓ ਨਿਰਧਨ ਸਰਦਨ ਕਹਿ ਜਾਏ, ਆਗੇ ਬੈਠਾ ਪੀਠ ਫਿਰ ਆਏ। ਕਹਿੰਦੇ ਜਿਹੜਾ ਗਰੀਬੜਾ ਹੈ ਉਹਦਾ ਕੋਈ ਅਦਬ ਨਹੀਂ, ਜਿਹਦੇ ਕੋਲ ਪੈਸਾ ਨਹੀਂ ਉਹਦਾ ਸਤਿਕਾਰ ਵੀ ਨਹੀਂ, ਉਹਨੂੰ ਕੋਈ ਆਦਰ ਨਹੀਂ ਦੇਵੇਗਾ। ਜਿੰਨੇ ਚਾਹੇ ਤੂੰ ਯਤਨ ਕਰ ਵੀ ਅਮੀਰ ਬੰਦਾ ਤੇਰਾ ਸਤਿਕਾਰ ਕਰੇ, ਕਹਿੰਦੇ ਉਸ ਦਿਨ ਕਰੇਗਾ ਜਿਸ ਦਿਨ ਪੈਸਾ ਹੋਇਆ। ਜੇ ਪੈਸਾ ਨਹੀਂ ਤੇ ਸਤਿਕਾਰ ਨਾ ਲੱਭੀ। ਇਹ ਮਾਇਆ ਦੀ ਤਾਕਤ ਐਸੀ ਹੈ, ਹਰ ਯਤਨ ਅਜਾਈਂ ਚਲਿਆ ਜਾਵੇਗਾ। ਜੇ ਤੂੰ ਆਖੇ ਤੈਨੂੰ ਕੋਈ ਅਮੀਰ ਬੰਦਾ ਅਟੈਂਸ਼ਨ ਦੇਵੇ, ਤੇਰੇ ਵੱਲ ਧਿਆਨ ਦੇਵੇ, ਕਹਿੰਦੇ ਨੋ ਵਨ ਰਿਸਪੈਕਟਸ ਦਾ ਪੂਅਰ ਮੈਨ, ਗਰੀਬ ਦਾ ਅਦਬ ਕੋਈ ਨਹੀਂ ਕਰਦਾ। ਗਰੀਬ ਨੂੰ ਕੰਮ ਪੈ ਗਿਆ ਅਮੀਰ ਤਾਈਂ, ਕੁੰਡਾ ਜਾ ਖੜਕਾਇਆ ਅਮੀਰਜ਼ਾਦੇ ਦਾ। ਉਹ ਦਰਵਾਜ਼ਾ ਖੋਲ੍ਹਿਆ, ਨੌਕਰਾਂ ਸਾਹਮਣੇ ਬੈਠਾ ਹੈ ਪਲੰਘੇ ਤੇ ਸੱਜ ਕੇ। ਜਦੋਂ ਪਤਾ ਲੱਗਿਆ ਵੀ ਗਰੀਬ ਆਇਆ ਹੈ, ਸਮਝ ਪਈ ਵੀ ਇਹ ਮੰਗਣ ਹੀ ਆਇਆ ਹੋਵੇਗਾ, ਹੋਰ ਇਹਨੂੰ ਕੀ ਕੰਮ ਪੈ ਗਿਆ। ਕਹਿੰਦੇ ਸਾਹਮਣੇ ਵੀ ਬੈਠਾ ਹੋਵੇ ਨਾ ਤੇ ਪਿੱਠ ਕਰ ਲੈਂਦਾ। ਨੌਕਰ ਚਾਕਰ ਆਖਣਗੇ ਦੌੜ ਜਾ, ਸ਼ਾਹ ਜੀ ਹੋਣੀ ਘਰ ਨਹੀਂ ਹੈਗੇ। ਇਸ ਕਰਕੇ ਕਹਿੰਦੇ ਕੋਈ ਅਦਬ ਕੋਈ ਸਤਿਕਾਰ ਨਹੀਂ ਹੈ। ਕਿਤੇ ਲੋੜ ਪੈ ਜਾਵੇ ਅਮੀਰ ਨੂੰ ਗਰੀਬ ਦੇ ਦਰ 'ਤੇ ਜਾਣ ਦੀ, ਕਈ ਲੋੜਾਂ ਹੁੰਦੀਆਂ ਨੇ। ਜਦੋਂ ਇਲੈਕਸ਼ਨ ਹੋਵੇ, ਵੇਖਿਆ ਨਾ ਤੁਸੀਂ, ਵੱਡੇ ਵੱਡੇ ਲੀਡਰ ਗਰੀਬਾਂ ਅੱਗੇ ਵੀ ਤਰਲੇ ਕੱਢਣ ਆ ਜਾਂਦੇ ਨੇ, ਹੱਥ ਜੋੜ ਲੈਂਦੇ ਨੇ। ਤੇ ਜਦੋਂ ਤਖਤ ਮਿਲ ਜਾਵੇ ਫਿਰ ਸਭ ਕੀੜੇ ਮਕੌੜੇ ਜਾਪਣਗੇ ਇਹਨਾਂ ਨੂੰ, ਫਿਰ ਬੰਦੇ ਨੂੰ ਬੰਦਾ ਨਹੀਂ ਸਮਝਦੇ। ਅਮੀਰ ਗਿਆ ਗਰੀਬ ਦੇ ਦਰ 'ਤੇ, ਜਾਓ ਸਰਧਨ ਨਿਰਧਨ ਕਹਿ ਜਾਏ,
दिया आदर लिया बुलाए। गरीब ने बूहा खोलिया भी अमीर आया है। टुटा भजा मंजा सी, अंदरों चादर कढ़ के विछा दिंदा भी शाह जी होनी आए ने, भाओ इनू पलंगे ते। ये अदब तेरा नहीं, तेरी हस्ती दा नहीं, तेरे चम दा नहीं, तेरे गुणा दा नहीं, तेरे पैसे दा है। महाराज कहंदे देखो कैसी कला है अकाल पुरख दी, किन्नी ताकत है ओदी बनाई लक्ष्मी विच, माया दे विच, पैसे दे विच। निर्धन सरदन दोनों भाई, प्रभ की कला ना मेटी जाई। ये अकाल पुरख दी रची माया दी अजमत है, ताकत है। कोल होवे ते सत्कार है, समाज विच कोल नहीं ते कखां वांगू रुल जाओगे, इत्थे कोई पुछदा नहीं है। ऐसे हालात बन जाते ने। सो परमात्मा बख्शिश करे ते झोलियां परतियां ने। हुण महाराज बाबा जेठा जी पिता नहीं रहे, घुंगणियां वेचणियां पै रहीਆਂ ने। बचपन है, खेडण दी उम्र है, पढ़न दी उम्र है। किसे चाचे ताए शरीक ने बांह नहीं फड़ी भी जेठिया पढ़ लै, रोजी रोटी का फिक्र ना कर, असीं देवांगे, साडा तू फरजंद है, बच्चा है। किसे ने बात ना पुछी। ऐसे हालात उन्हां दे सन। पर जदों तुसीं उन्हां दा जीवन वाचदे हो, वो अपनी मुशक्कत घाल के ही रोजी रोटी का प्रबंध करते रहे। उन्हां झोली नहीं अड्डी, हथ नहीं डाया, अपना हक खादा है। और कदे मत्थे ते त्यूड़ी नहीं पाई। एक दिन नानी तानिया मेहणिया तो तंग आ गई, बाहों फड़िया भाई जेठे नूं, कहंदी चल तेरे नानके बासर के चलीए। इदां लाहौर दी चूना मंडी छड्डी, जिंदरा मारिया भाई हरदास दे घर नूं। किसे साग संबंधी ने साथ नहीं दिता भी क्यों चले हो, कित्थे चले हो, की मुश्किल है, असीं दुख दर्द वंडावांगे। बात तो ही है, मिठा नहीं ते मक्खियां नहीं, माया नहीं ते सज्जन मित्र नहीं, यार रिश्तेदार नहीं, सब साथ छड्डदे ने। सो ऐसी संतोख दी मूरत, दया दी मूरत बाबा जेठा जी सन। वेखो सानू गुरु नानक ने यह सिद्धांत बख्शिया है, सत संतोख दया कमावै यह करनी सार। महाराज धर्मी दी सब तो वड्डी निशानी किहड़ी है? कहंदे दया करनी। महाराज दया कितना क महान गुण है। कहंदे धर्म नालों भी वड्डा, धौल धर्म दया का पूत। दया माई है, मां है, धर्म काका है। तो जिथे मां ना होवे ते काका किथों जम पिया? जे तेरे अंदर दया नहीं, लख तू धार्मिक चिन्ह पा लै, लख तू पाठ कर लै ते करवा लै, मौलवी है तू, काजी है तू, कलमा पढ़दा है तू, पंडित है, गायत्री पढ़दा है, सिख है, नितनेम करदा है। जे गरीब दे नंगे तन नूं वेख के तेरे अंदर दया ना आई, तू पसीजिया ना, द्रविया ना, किसी का तन ना कज सकिया, तो कहंदे धर्मी नहीं है। जे किसी गरीब दियां भुखियां अंदरां वेख के दया ना आई, भोजन ना दे सकिया, कहंदे धर्मी नहीं है। महाराज पातशाह कहंदे ने घाल खाए किश हथों देहे, नानक राह पछाणै। से हथीं किरत करनी है, कमाई करनी है, परमात्मा भाग लावे, तेरे भंडारे भर जाण ते उहदे विचों तू वंडना है। ये लंगर दी प्रथा इत्थों चली है, लंगर दी मर्यादा इत्थों चली है। भाई गुरदास कहंदे सानू भी हुक्म सी, साडा जिहड़ा समा सी, कहंदे सिख इदां ही करदे सन। गुरमुख हथ सकथ हन, साध संगत गुर कार कमावै, किरत विरत कर धर्म दी। हथों दे कै भला मनावै, आप गवाए ना आप गणावै। असीं कहंदे किरत करनी, मुशक्कत घालनी, आप रज के छकना, चंगा हटाउणा। ते फिर जिहड़ा साडे पास गुरु पातशाह दा बख्शिया धन सी, भोजन सी, लोड़वंदां नूं दे देना। किसे दे तन दी भुख मिटा देनी, किसे नंगे दा तन कज देना।
ਔਰ ਹੰਕਾਰ ਨਹੀਂ ਕਰਨਾ। ਆਪ ਗਵਾਏ ਨਾ ਆਪ ਗਣਾਵੈ। ਇਹ ਨਹੀਂ ਕਹਿਣਾ ਮੈਂ ਦੇਣ ਵਾਲਾ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦਿਆਂ ਤੋਟ ਨਾ ਆਵਈ ਗੰਤ ਭਰੇ ਭੰਡਾਰ। ਦੇਣ ਵਾਲੇ ਗੁਰੂ ਨਾਨਕ ਅਕਾਲ ਪੁਰਖ ਨੇ। ਉਹਨਾਂ ਦੇ ਦਿੱਤੇ ਚੋਂ 10ਵਾਂ ਹਿੱਸਾ ਅਸੀਂ ਉਹਨਾਂ ਦੇ ਚਰਨਾਂ 'ਚ ਹੀ ਰੱਖ ਜਾਂਦੇ ਹਾਂ, ਜਿੱਥੇ ਉਹ ਲੰਗਰਾਂ ਦੇ ਰੂਪ ਵਿੱਚ ਵਰਤ ਜਾਂਦਾ ਹੈ, ਸੰਗਤਾਂ ਛਕ ਲੈਂਦੀਆਂ ਨੇ। ਵੇਖੋ, ਜੇ ਦਸਵੰਧ ਦਿੰਦੇ ਰਹੋਗੇ ਨਾ, ਸਮਾਜ ਦੇ ਜਿਹੜੇ ਵੱਡੇ ਵੈਰੀ ਨੇ, ਮੈਂ ਉਹ 4 ਮੰਨਦਾ। ਇੱਕ ਗਰੀਬੀ ਹੈ, ਇੱਕ ਬੇਕਾਰੀ ਹੈ, ਇੱਕ ਬਿਮਾਰੀ ਹੈ ਤੇ ਇੱਕ ਅਨਪੜ੍ਹਤਾ ਹੈ। ਦਸਵੰਧ ਦੀ ਮਾਇਆ ਦੇ ਨਾਲ ਲੋੜਵੰਦਾਂ ਦੀ ਗਰੀਬੀ ਨਿਕਲ ਜਾਂਦੀ ਹੈ। ਜਿਨ੍ਹਾਂ ਕੋਲ ਨੌਕਰੀ ਨਹੀਂ, ਰੋਜ਼ੀ ਰੋਟੀ ਦਾ ਉਹਨਾਂ ਲਈ ਪ੍ਰਬੰਧ ਹੋ ਜਾਂਦਾ ਹੈ। ਗੁਰੂ ਘਰਾਂ ਵਿੱਚ ਵੇਖੋ ਤੁਸੀਂ, ਦਵਾਈਆਂ ਵੀ ਵੰਡੀਆਂ ਜਾਂਦੀਆਂ ਨੇ, ਬਿਮਾਰੀ ਦਾ ਵੀ ਪ੍ਰਬੰਧ ਹੋ ਜਾਂਦਾ ਹੈ। ਔਰ ਗੁਰੂ ਘਰਾਂ ਵਾਲੇ ਇਹ ਵੀ ਯਤਨ ਕਰਦੇ ਨੇ, ਸਕੂਲ ਖੋਲ੍ਹੇ ਜਾਣ, ਕਾਲਜ ਖੋਲ੍ਹੇ ਜਾਣ। ਤੁਹਾਡੇ ਦਸਵੰਧ ਨਾਲ ਬੇਅੰਤ ਸੇਵਾਵਾਂ ਹੋ ਸਕਦੀਆਂ ਨੇ, ਜੇ ਯੋਗ ਜਗ੍ਹਾ ਇਹ ਮਾਇਆ ਲੱਗੇ, ਦਸਵੰਧ ਲੱਗੇ ਤੇ। ਸੋ ਪਾਤਸ਼ਾਹ ਬੜੇ ਦਇਆਵਾਨ ਨੇ, ਬੜੇ ਸੰਤੋਖੀ ਨੇ। ਹਜੇ ਗੁਰੂ ਨਾਨਕ ਦੇ ਤਖਤ ਤੇ ਨਹੀਂ ਬੈਠੇ ਬਾਬਾ ਜੇਠਾ ਜੀ, ਬਚਪਨ ਤੋਂ ਹੀ ਸੁਭਾਅ ਸੰਤੁਸ਼ਟੀ ਵਾਲਾ ਹੈ, ਆਨੰਦ ਵਿੱਚ ਰਹਿਣ ਵਾਲਾ ਹੈ। ਭਾਂਡਾ ਖਾਲੀ ਹੈ ਫਿਰ ਵੀ ਵੰਡੀ ਜਾਣ ਰਹੇ ਨੇ, ਐਸਾ ਹਿਰਦਾ ਹੈ ਉਹਨਾਂ ਦਾ। ਦਰਵੇ ਰਹਿੰਦੇ ਨੇ ਗਰੀਬ ਵੱਲ ਵੇਖ ਕੇ, ਭੁੱਖੇ ਵੱਲ ਵੇਖ ਕੇ। ਬਾਣੀ ਕਹਿੰਦੀ ਹੈ, ਸਤ ਸੰਤੋਖੀ ਸਤਿਗੁਰ ਪੂਰਾ। ਗੁਰੂ ਸੰਤੋਖ ਦਾ ਮਹਾਨ ਰੁਤਬਾ ਰੱਖਦਾ ਹੈ। ਗੁਰੂ ਸੰਤੋਖ ਦੀ ਮੂਰਤ ਹੈ। ਗੁਰੂ ਸੰਤੁਸ਼ਟ ਰਹਿੰਦਾ ਹੈ। ਜਿਹੜਾ ਆਪ ਸੰਤੋਖੀ ਹੈ ਉਹੀ ਅਗਲੇ ਨੂੰ ਰੱਜ ਬਖਸ਼ ਸਕਦਾ। ਜਿਹੜਾ ਆਪ ਭੁੱਖਾ ਹੈ ਦੂਜੇ ਨੂੰ ਕਿੱਥੋਂ ਰਜਾਵੇਗਾ। ਬਾਣੀ ਕਹਿੰਦੀ ਹੈ, ਜਿਨ ਕੋ ਲਿਖਤ ਲਿਖੇ ਧੁਰ ਮਸਤਕ, ਤੇ ਗੁਰ ਸੰਤੋਖ ਸਰਨਾਤੇ। ਦੁਰਮਤ ਮੈਲ ਗਈ ਸਭ ਤਿਨ ਕੀ, ਜੋ ਰਾਮ ਨਾਮ ਰੰਗ ਰਾਤੇ। ਗੁਰੂ ਸੰਤੋਖ ਦਾ ਸਾਗਰ ਹੈ। ਵੱਡੇ ਭਾਗ ਹੋਣ ਤੇ ਗੁਰੂ ਵਿੱਚ ਚੁੱਭੀ ਲਾਈ, ਭਾਵ ਗੁਰੂ ਦੀ ਸ਼ਰਨ ਆਏ। ਗੁਰੂ ਦੀ ਸ਼ਰਨ ਆਏ, ਮੈਲ ਵਿਕਾਰਾਂ ਦੀ ਮਿਟ ਗਈ, ਅਕਾਲ ਪੁਰਖ ਦੇ ਰੰਗ ਵਿੱਚ ਰੰਗੇ ਗਏ, ਗੁਰੂ ਦੇ ਰੰਗ ਵਿੱਚ ਰੰਗੇ ਗਏ, ਤੇ ਸੰਤੋਖ ਦੀ ਮੂਰਤ ਅਸੀਂ ਵੀ ਹੋ ਨਿਬੜੇ। ਜਦੋਂ ਸੰਤੋਖੀ ਹੋ ਗਿਆ, ਫਿਰ ਮੁਰਦਾਰ ਨਹੀਂ ਖਾਵੇਗਾ, ਜ਼ੁਲਮੋ ਸਿਤਮ ਨਹੀਂ ਕਰੇਗਾ, ਕਿਸੇ ਦਾ ਹੱਕ ਨਹੀਂ ਮਾਰੇਗਾ। ਜੇ ਸਾਰਾ ਸਮਾਜ, ਹਰ ਧਰਮ ਗੁਰੂ ਦੀ ਸਿੱਖਿਆ 'ਤੇ ਚੱਲ ਪਵੇ ਤੇ ਦੁਨੀਆ ਦੇ ਵਿੱਚੋਂ ਠੱਗੀ ਠੋਰੀ, ਮੁਰਦਾਰ ਖਾਣਾ, ਲੁੱਟਾਂ ਖੋਹਾਂ, ਜ਼ੁਲਮੋ ਸਿਤਮ ਖਤਮ ਹੋ ਸਕਦਾ ਹੈ। ਅਕਥ ਕਥਾ ਵਿਚਾਰੀ ਹੈ, ਜੇ ਸਤਿਗੁਰ ਮਾਹੇ ਸਮਾਏ, ਪੀ ਅੰਮ੍ਰਿਤ ਸੰਤੋਖਿਆ ਦਰਗਹ ਪੈਦਾ ਜਾਏ। ਮਹਾਰਾਜ ਕਹਿੰਦੇ ਨੇ, ਨਾਮ ਦੇ ਅੰਮ੍ਰਿਤ ਦੇ ਛਿੱਟੇ ਮਾਰਿਆਂ ਹੀ ਤ੍ਰਿਸ਼ਨਾ ਦੀ ਅੱਗ ਮਿਟਣੀ ਹੈ, ਸੰਤੋਖ ਆਉਣਾ ਹੈ, ਦਰਗਾਹ ਵਿੱਚ ਜਗ੍ਹਾ ਮਿਲਣੀ ਹੈ, ਰੱਜ ਆਉਣਾ ਹੈ। ਪੈਸੇ ਦੇ ਨਾਲ ਰੱਜ ਨਹੀਂ ਆਉਂਦਾ। ਅੱਗੇ ਕਹਿੰਦੇ ਨੇ, ਕਵ ਕਲ ਠਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਆ ਭਰ ਭਰੇ। ਕਵੀ ਕੱਲ ਸਹਾਰ ਜੀ ਗੁਰੂ ਰਾਮਦਾਸ ਤੇ ਪਰਿਵਾਰ ਬਾਬਤ ਚਾਨਣਾ ਪਾਉਂਦੇ ਹੋਏ ਸਾਨੂੰ ਸਮਝਾਉਂਦੇ, ਬੜੇ ਉੱਚੇ ਮਰਾਤਬੇ ਵਾਲੇ, ਠਾਕੁਰ ਪਦਵੀ ਵਾਲੇ, ਰਾਏ ਪਦਵੀ ਵਾਲੇ ਭਾਈ ਹਰਦਾਸ ਜੀ ਦੇ ਤੁਸੀਂ ਤਨੇ ਹੋ, ਪੁੱਤਰ ਹੋ, ਫਰਜ਼ੰਦ ਹੋ। ਠਾਕੁਰ ਤੋਂ ਭਾਵ ਤੁਸੀਂ ਮੇਰੇ ਸੁਆਮੀ ਹੋ, ਮੇਰੇ ਇਸ਼ਟ ਹੋ, ਮੇਰੇ ਮਾਲਕ ਹੋ। ਔਰ ਤੁਹਾਡੀ ਇਹ ਅਜ਼ਮਤ ਹੈ, ਤੁਸੀਂ ਆ ਭਰ ਨੂੰ ਭਰ ਦਿੰਦੇ ਹੋ। ਜਿਹੜੇ ਖਾਲੀ ਭਾਂਡੇ ਨੇ ਉਹਨਾਂ ਨੂੰ ਭਰ ਦਿੰਦੇ ਹੋ। ਤੁਸੀਂ ਸੁੱਕੇ ਹੋਏ ਹਿਰਦਿਆਂ ਨੂੰ ਪ੍ਰਫੁੱਲਿਤ ਕਰ ਦਿੰਦੇ ਹੋ। ਸਤ ਸੰਤੋਖ ਦਇਆ ਧਰਮ ਗੁਣ ਬਖਸ਼ ਦਿੰਦੇ ਹੋ। ਮਨ ਦੀ ਝੋਲੀ ਨਾਮ ਨਾਲ ਭਰਦੇ ਹੋ। ਗਰੀਬੜੇ ਦੇ ਤਨ ਦੀ ਝੋਲੀ ਪਦਾਰਥਾਂ ਨਾਲ ਭਰਨ ਵਾਲੇ ਹੋ। ਐਸੀ ਤੁਹਾਡੀ ਅਜ਼ਮਤ ਹੈ, ਐਸੀ ਤੁਹਾਡੀ ਪਹੁੰਚ ਹੈ। ਬਾਣੀ ਚਾਹੁੰਦਾ ਨਾ, ਖਿਨ ਮਹਿ ਕਰੈ ਨਿਹਾਲ, ਊਣੇ ਸੋ ਭਰ ਭਰ। ਸੇਵਹੁ ਸਤਿਗੁਰ ਦੇਵ ਅੱਗੇ ਨਾ ਮਰਹੁ ਡਰ। ਗੁਰੂ ਊਣਿਆਂ ਨੂੰ ਭਰ ਦਿੰਦਾ ਹੈ। ਗੁਰੂ ਐਸੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ। ਜਿਹੜਾ ਗੁਰੂ ਦੇ ਦਰ 'ਤੇ ਝੋਲੀ ਅੱਡੇਗਾ ਉਹ ਕਦੇ ਖਾਲੀ ਨਹੀਂ ਜਾਵੇਗਾ। ਫਾਰਸੀ ਵਿੱਚ
ਗੰਜਨਾਮਾ ਉਚਾਰਿਆ ਭਾਈ ਨੰਦ ਲਾਲ ਨੇ। 10 ਗੁਰਾਂ ਦੀ ਉਸਤਤ ਕੀਤੀ ਹੈ। 52 ਕਵੀਆਂ ਚੋਂ ਸਿਰਮੌਰ ਕਵੀ ਨੇ ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਕਦਮਬੋਸੀ ਕਰਨ ਵਾਲੇ। ਉਹ ਫਾਰਸੀ ਵਿੱਚ ਕਹਿੰਦੇ ਨੇ, ਗੁਰੂ ਰਾਮਦਾਸ ਮਤਾਉਲ ਵਰਾ ਜਹਾਂ ਬਾਨੇ ਅਕਲੀਮੇ ਸਿਦਕੋ ਸਫਾ। ਆਇਆ ਗੁਰੂ ਰਾਮਦਾਸ, ਤੁਸੀਂ ਸੰਸਾਰ ਨੂੰ ਮਤਾ ਭਾਵ ਮਾਇਆ ਪੂੰਜੀ ਬਖਸ਼ਣ ਵਾਲੇ ਹੋ, ਦੌਲਤਾਂ ਸ਼ੋਹਰਤਾਂ ਬਖਸ਼ਣ ਵਾਲੇ ਹੋ, ਸੰਪੱਤੀ ਦੇਣ ਵਾਲੇ ਹੋ। ਪੂਰਾ ਸਤਿਗੁਰ ਭੇਟਿਆ, ਸਫਲ ਜਨਮ ਹਮਾਰਾ। ਨਾਮ ਨਵੈ ਨਿਧ ਪਾਇਆ, ਭਰੇ ਅਖੁੱਟ ਭੰਡਾਰਾ। ਗੁਰੂ ਫਿਰ ਨਾਮ ਬਖਸ਼ਦਾ ਹੈ ਔਰ ਨਾਮ ਨਿਧੀਆਂ ਬਖਸ਼ਦਾ ਹੈ, ਖਜ਼ਾਨੇ ਬਖਸ਼ਦਾ ਹੈ, ਭੰਡਾਰੇ ਬਖਸ਼ਦਾ ਹੈ। ਭਾਈ ਨੰਦ ਲਾਲ ਕਹਿੰਦੇ ਨੇ, ਅਕਲੀਮੇ ਭਾਵ ਹੈ ਸੰਸਾਰ ਨੂੰ ਸਿਦਕ, ਸਚਾਈ, ਸਫਾਈ ਬਖਸ਼ਣ ਵਾਲੇ ਗੁਰੂ ਰਾਮਦਾਸ, ਤੁਸੀਂ ਲੋਕਾਈ ਦੇ ਬਾਦਸ਼ਾਹ ਹੋ, ਸਿਰਦਾਰਾਂ ਦੇ ਸਿਰਦਾਰ ਹੋ। ਜਿਵੇਂ ਬਾਣੀ ਕਹਿੰਦੀ ਹੈ, ਧੰਨ ਧੰਨ ਗੁਰੂ ਵੱਡ ਪੁਰਖ ਹੈ, ਮੈਂ ਦੱਸੇ ਹਰ ਸਾਬਾਸੇ। ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ। ਗੁਰੂ ਨਾਲੋਂ ਵੱਡਾ ਪੁਰਖ ਕੋਈ ਨਹੀਂ, ਗੁਰੂ ਨਾਲੋਂ ਵੱਡੀ ਅਜ਼ਮਤ ਕਿਸੇ ਦੀ ਨਹੀਂ, ਗੁਰੂ ਨਾਲੋਂ ਵੱਡੀ ਤਾਕਤ ਕਿਸੇ ਦੀ ਨਹੀਂ। ਤਾਂ ਹੀ ਤੇ ਗੁਰੂ ਰਾਮਦਾਸ ਦੇ ਦਰ ਤੇ, ਗੁਰੂ ਹਰਕ੍ਰਿਸ਼ਨ ਦੇ ਦਰ ਤੇ ਰੌਣਕਾਂ ਲੱਗਦੀਆਂ ਨੇ। ਇੱਥੇ ਤਨ ਦੀ ਝੋਲੀ ਵੀ ਭਰਦੀ ਹੈ ਜੋ ਨੱਕ ਰਗੜਦਾ ਹੈ, ਮਨ ਦੀ ਝੋਲੀ ਨਾਮ ਨਾਲ ਭਰਦੀ ਹੈ ਜੋ ਸਿਜਦਾ ਕਰਦਾ ਹੈ। ਕੋਈ ਵੀ ਗੁਰੂ ਰਾਮਦਾਸ ਦੇ ਦਰ ਤੋਂ ਖਾਲੀ ਨਹੀਂ ਜਾਂਦਾ। ਜਿਹੜਾ ਗੁਰੂ ਰਾਮਦਾਸ ਦੇ ਨਾਮ ਦੀ ਕਮਾਈ ਕਰੇਗਾ, ਹਰ ਸਾਬਾਸੇ, ਉਹਨੂੰ ਸ਼ਾਬਾਸ਼ ਮਿਲੇਗੀ ਲੋਕ ਪਰਲੋਕ ਵਿੱਚ, ਉਹਦੀ ਜੈ ਜੈਕਾਰ ਹੋਵੇਗੀ ਲੋਕ ਪਰਲੋਕ ਵਿੱਚ। ਐਸੀ ਅਗੰਮੀ ਵਡਿਆਈ ਬਾਬਾ ਜੇਠਾ ਗੁਰੂ ਰਾਮਦਾਸ ਦੀ ਭੱਟ ਇਸ ਸਵਈਏ ਵਿੱਚ ਕਰਦੇ ਨੇ। ਵਿਚਾਰ ਨੂੰ ਦਾਸ ਇੱਥੇ ਹੀ ਸੰਕੋਚਦਾ ਹੈ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।